ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਠਾਰੀ। ਦੋਇ ਕਲ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਨਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਗੁਰੂ ਮਹਾਰਾਜ ਦੇ ਦਰੋਂ ਘਰੋਂ ਬਰਸਾਏ ਹੋਏ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਉਦਮ ਪ੍ਰਸ਼ਾਰਤ ਕਰਦਿਆਂ ਹੋਇਆਂ ਇਹ ਬਹੁਤ ਵੱਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਸਮਾਗਮ ਨੂੰ ਸਮਰਪਿਤ ਸੰਤ ਸਮਾਗਮ ਕਰਾਇਆ ਜਾ ਰਿਹਾ ਹੈ, ਜਿਹਦੇ ਵਿੱਚ ਨਿਰਮਲ ਭੇਖ ਦੇ ਮੁਖੀ ਸਤਿਕਾਰਯੋਗ ਪਰਮ ਪਵਿੱਤਰ ਆਤਮਾ ਤਿਆਗ ਵਿਰਾਗ ਦੀ ਮੂਰਤ ਸ਼੍ਰੀ ਮਹੰਤ ਔਰ ਪੰਡਤ ਗਿਆਨਦੇਵ ਸਿੰਘ ਜੀ ਮਹਾਰਾਜ ਔਰ ਸਾਰੀ ਹੀ ਸੰਤ ਮੰਡਲੀ ਬਹੁਤ ਦਿਨਾਂ ਤੋਂ ਜਿਹੜੇ ਇਸ ਨਗਰ ਵਿੱਚ ਚਰਨ ਪਾ ਰਹੇ ਹਨ ਔਰ ਸਵੇਰੇ ਸ਼ਾਮ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ। ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਪੂਰਾ ਸੰਤ ਬਾਬਾ ਨਰਿੰਦਰ ਸਿੰਘ ਜੀ ਨੂੰ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਬੜਾ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਸੋ ਸਾਰੀਆਂ ਸੰਗਤਾਂ ਦਾ, ਸਾਰੇ ਮਹਾਂਪੁਰਸ਼ਾਂ ਦਾ, ਸਾਰੇ ਸੇਵਾਦਾਰਾਂ ਦਾ ਧੰਨਵਾਦ ਹੈ, ਕਿਉਂਕਿ ਸਮਾਗਮ ਬਣਾਉਣੇ ਰਚਾਉਣੇ ਸੌਖੇ ਨਹੀਂ ਹੁੰਦੇ। ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਕਾਰਜ ਸਿਰੇ ਚੜ੍ਹਦੇ ਹੈ। ਕੀਤਾ ਲੋੜੀਆ ਕੰਮ ਸੁਹਾਰ ਪੈ ਆਖੀ ਹੈ, ਕਾਰਜ ਦੇ ਸੁਹਾਰ ਸਤਿਗੁਰ ਸੱਚ ਸਾਖੀ ਹੈ। ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ, ਵੈਸੇ ਤਾਂ ਜਦੋਂ ਉਹਦੀ ਓਟ ਲਈ ਹੈ, ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਬੇਚਾਰਾ। ਵਿੱਚ ਕਰਤਾ ਪੁਰਖ ਲੋਆ, ਬਾਲ ਨਾ ਬਿੰਗਾ ਹੋਆ। ਅੱਜ ਅਸੀਂ ਇਹ ਜਿਹੜਾ ਸਮਾਗਮ ਮਨਾ ਰਹੇ ਹਾਂ, ਸਮੇਂ ਦੇ ਨਾਲ ਅਵਤਾਰ ਆਏ, ਰਿਸ਼ੀ ਮਹਾਤਮਾ ਆਏ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਉਪਦੇਸ਼ ਦਿੱਤੇ। ਉਹਨਾਂ ਦੇ ਅਨੁਯਾਈਆਂ ਨੇ ਉਹਨਾਂ ਉਪਦੇਸ਼ਾਂ ਨੂੰ ਇਕੱਤਰ ਕੀਤਾ। ਉਹਦੇ ਮੁਤਾਬਕ ਯੁੱਗ ਦੇ ਨਾਲ ਜਿਗਿਆਸੂ ਲਾਭ ਲੈਂਦੇ ਰਹੇ। ਕਲਯੁੱਗ ਦਾ ਸਮਾਂ ਆਇਆ, ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਪਹਿਲੇ ਜਿਹੜੇ ਉਪਦੇਸ਼ ਸੀ ਉਹ ਅਨੁਯਾਈਆਂ ਨੇ ਲਿਖਣ ਦੀ ਕੋਸ਼ਿਸ਼ ਕੀਤੀ, ਔਰ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ। ਆਪਣੇ ਸਮੇਂ ਵਿੱਚ ਜਿਹੜੀ ਗੁਰਬਾਣੀ ਉਚਾਰੀ
ਆਪ ਉਹਦੀ ਲਿਖਤ ਕਰਦੇ ਰਹੇ। ਪੋਥੀਆਂ ਦੇ ਰੂਪ ਵਿੱਚ ਸੀ। ਪੰਚਮ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਅੱਜ ਤਾਂ ਆਪ ਕਿਰਪਾ ਕਰਕੇ ਦਰਸ਼ਨ ਬਖਸ਼ਿਸ਼ ਕਰ ਰਹੇ ਹਾਂ ਅਤੇ ਆਪ ਦੀ ਸੰਗਤ ਕਰਨ ਵਾਲੇ ਗੁਰਸਿੱਖ ਵੀ ਮੌਜੂਦ ਆ। ਬਹੁਤ ਸਾਰੇ ਕਵੀ ਲੋਕ ਆਪਣੀ ਪ੍ਰਭਤਾ ਮਾਣ ਵਡਿਆਈ ਵਾਸਤੇ ਆਪ ਕਵਿਤਾ ਰਚ ਕੇ ਥੱਲੇ ਨਾਨਕ ਪਦ ਜੋੜ ਦਿੰਦੇ ਆ। ਜਦੋਂ ਆਪ ਜੀ ਸਰਗੁਣ ਸਰੂਪ 'ਚ ਦਰਸ਼ਨ ਨਹੀਂ ਦਿਓਗੇ ਜਾਂ ਮੁਖੀ ਸਿੱਖ ਨਹੀਂ ਹੋਣਗੇ, ਆਉਣ ਵਾਲੇ ਗੁਰਸਿੱਖਾਂ ਨੂੰ ਬੜਾ ਭੁਲੇਖਾ ਹੋਏਗਾ ਕਿ ਅਸਲੀ ਬਾਣੀ ਕਿਹੜੀ ਹੈ ਅਤੇ ਨਕਲੀ ਕਿਹੜੀ ਹੈ। ਇਹ ਬੜਾ ਚੱਕਰ ਪੈ ਜਾਏਗਾ। ਆਪ ਬਖਸ਼ਿਸ਼ ਕਰੋ। ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਦੇ ਪਾਸ ਸ਼੍ਰੀ ਗੋਇੰਦਵਾਲ ਸਾਹਿਬ ਆਪ ਜੀ ਦੇ ਨੇੜੇ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ। ਪੋਥੀ ਪਰਮੇਸ਼ਰ ਕਾ ਥਾਨ ਸ਼ਬਦ ਆਉਂਦਾ, ਔਰ ਹੁਕਮ ਹੋਇਆ ਕਿ ਕੌਣ ਲੈ ਕੇ ਆਏਗਾ। ਭਾਈ ਗੁਰਦਾਸ ਸਾਹਿਬ ਮਹਾਨ ਵਿਦਵਾਨ ਸੀ ਔਰ ਬਾਬਾ ਮੋਹਨ ਜੀ ਦੇ ਭਰਾ ਵੀ ਲੱਗਦੇ ਸੀ। ਪਰਿਵਾਰਕ ਤੌਰ 'ਤੇ ਉਹਨਾਂ ਨੂੰ ਮਾਣ ਸੀ, ਪਰ ਉਹ ਗਏ। ਉਹ ਯੋਗੀ ਲੋਕ ਸੀ, ਆਪਣੇ ਧਿਆਨ ਵਿੱਚ ਲੀਨ ਸੀ, ਸਮਾਧੀ ਉਥਾਨ ਨਾ ਕਰ ਸਕੇ। ਫਿਰ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਵੀ ਕਿਰਪਾ ਕੀਤੀ, ਪਰ ਬਾਬਾ ਮੋਹਨ ਜੀ ਆਪਣੇ ਆਨੰਦ ਸਰੂਪ 'ਚ ਰਹੇ। ਫਿਰ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਿਰਪਾ ਕੀਤੀ ਅਤੇ ਸਰੰਦੇ ਦੇ ਨਾਲ ਮਹਾਰਾਜ ਨੇ ਕੀਰਤਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲਾ ਪਾਰਾ। ਭਾਵੇਂ ਇਸ਼ਾਰਾ ਤੇ ਅਕਾਲ ਪੁਰਖ ਵੱਲ ਸੀ, ਪਰ ਕਈ ਵਾਰੀ ਇਨਸਾਨ ਨੂੰ ਆਪਣੀ ਵਡਿਆਈ ਦੇ ਵਿੱਚ ਪ੍ਰਭਾਵ ਹੋ ਜਾਂਦਾ ਹੈ। ਜਦੋਂ ਸਮਾਧੀ ਖੋਲ੍ਹੀ, ਦੇਖਿਆ ਕਿ ਸਾਹਮਣੇ ਮੇਰੇ ਹੀ ਭਾਣਜੇ ਕੀਰਤਨ ਕਰ ਰਹੇ ਹਨ। ਕਹਿਣ ਲੱਗੇ ਇਤਨਾ ਲੰਬਾ ਦਾੜਾ ਵਧਾਇਆ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਮੋਹਨ ਜੀ ਦੇ ਚਰਨ ਝਾੜਨ ਲੱਗ ਪਏ। ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ ਨਾਨਕ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਾਨ। ਕਹਿਣ ਲੱਗੇ ਇਹ ਗੱਦੀ ਦਾ ਹੱਕ ਤਾਂ ਮੇਰਾ ਸੀ, ਤੁਹਾਡੇ ਪਿਤਾ ਵਿੱਚ ਇਹ ਨਿਮਰਤਾ ਸੀ, ਉਹ ਲੈ ਗਏ। ਉਹ ਜਾਂਦੇ ਹੋਏ ਇਹ ਸਿਕਸ਼ਾ ਤੁਹਾਨੂੰ ਵੀ ਦੇਗਾ। ਹੁਣ ਮੇਰੇ ਕੋਲ ਹੋਰ ਤਾਂ ਕੁਝ ਨਹੀਂ, ਆ ਪੋਥੀਆਂ ਹੀ ਆ। ਮਹਾਰਾਜ ਨੇ ਮੰਗੀਆਂ ਨਹੀਂ, ਉਹ ਨਿਮਰਤਾ ਨਾ ਆਪ ਸੀਸ 'ਤੇ ਰੱਖ ਕੇ ਬਾਬਾ ਮੋਹਨ ਜੀ ਲਿਆਏ। ਉਹ ਪਾਲਕੀ ਅੱਜ ਵੀ ਸ਼੍ਰੀ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਜਾਂਦੇ ਮੌਜੂਦ ਆ। ਕੁਝ ਸੁਭਾਏਮਾਨ ਕਰਕੇ ਫਿਰ ਕੀਰਤਨ ਦੇ ਰੂਪ ਵਿੱਚ ਜਿੱਥੇ ਰਾਮਸਰ ਸਾਹਿਬ ਗੁਰਦੁਆਰਾ, ਉੱਥੇ ਸਥਾਨ ਵੀ ਬਣਿਆ, ਸਰੋਵਰ ਵੀ ਹੈ। ਇਸ ਜਗ੍ਹਾ ਉਦੋਂ ਜੰਗਲ ਹੁੰਦਾ ਸੀ, ਆਮ ਆਬਾਦੀ ਨਹੀਂ ਸੀ। ਇੱਥੇ ਸੁਭਾਏਮਾਨ ਕੀਤਾ, ਕੀਰਤਨ ਹੁੰਦਾ ਰਿਹਾ। 8 ਸਿਰ ਤੀਰਥ ਉੱਥੇ ਫਿਰ ਮਹਾਰਾਜ ਨੇ ਸਾਰੀ ਬਾਣੀ ਭਾਈ ਗੁਰਦਾਸ ਸਾਹਿਬ ਤੋਂ ਲਿਖਾਉਣੀ ਸ਼ੁਰੂ ਕੀਤੀ। ਔਰ ਜਿਹੜੇ ਮਹਾਂਪੁਰਖ ਪਿਛਲੇ ਜਾਂ ਮੌਜੂਦਾ, ਉਹਨਾਂ ਨੂੰ ਵੀ ਓਪਨ ਸੱਦਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਬਾਣੀ ਨੂੰ ਕਸਵੱਟੀ 'ਤੇ ਲਾਇਆ। ਜਿਹੜੀ ਬਾਣੀ ਪ੍ਰਵਾਨ ਹੋਈ, ਉਸ ਬਾਣੀ ਨੂੰ ਗੁਰੂ ਸਾਹਿਬਾਂ ਦੀ ਬਾਣੀ, ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਤਿੰਨੇ ਬਾਣੀਆਂ ਇਕੱਠੀਆਂ ਕਰਕੇ ਇਹ ਗੁਰਬਾਣੀ ਰੂਪੀ ਤ੍ਰਿਵੈਣੀ ਬਣਾ ਦਿੱਤੀ। ਕਿਉਂਕਿ ਇਲਾਹਾਬਾਦ ਤਾਂ ਗੰਗਾ ਜਮਨਾ ਸਰਸਤੀ ਦੀ ਤ੍ਰਿਵੈਣੀ ਨਾ, ਇੱਕ ਪਾਣੀ ਦੀ ਤ੍ਰਿਵੈਣੀ ਹੈ, ਇਹ ਗੁਰਬਾਣੀ ਦੀ ਤ੍ਰਿਵੈਣੀ ਹੈ। ਉਹ ਉੱਥੇ ਜਾਏਗਾ, ਕੋਈ ਇਸ਼ਨਾਨ ਕਰੇਗਾ। ਇੱਕ ਦੇਸ਼ ਵਿੱਚ ਚੱਲ ਰਹੀ ਹੈ, ਇਹ ਸਰਵਦੇਸ਼ੀ ਹੈ। ਇਹ ਬਾਣੀ ਦੀ ਗੰਗਾ, ਇਹ ਮਨ ਦੀ ਮੈਲ, ਤਨ ਦੀ ਮੈਲ, ਬਾਣੀ ਸਾਰੀਆਂ ਮੈਲਾਂ ਨੂੰ ਦੂਰ ਕਰਨ ਵਾਲੀ ਹੈ। ਉਸ ਬੀੜ ਦਾ ਮਹਾਰਾਜ ਨੇ
ਦਰਬਾਰ ਸਾਹਿਬ ਪ੍ਰਕਾਸ਼ ਕੀਤਾ। ਸਰੋਵਰ ਸਾਹਿਬ ਦੀ ਸੇਵਾ ਹੋਈ, ਦਰਬਾਰ ਸਾਹਿਬ ਦੀ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਹਰਿਮੰਦਰ ਦੇ ਅੰਦਰ ਪਹਿਲੇ ਗੁਰੂ ਸਾਹਿਬਾਂ ਦੀ ਕਿਰਤਮਾ ਸਥਾਪਿਤ ਕਰੋਗੇ ਜਾਂ ਦੂਸਰਿਆਂ ਦੀ, ਜਾਂ ਆਪ ਸਾਖਿਆਤ ਦਰਸ਼ਨ ਦਿਓਗੇ? ਕਹਿੰਦੇ ਨਹੀਂ, ਇੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੋਏਗਾ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਂ। ਕਿ ਬਾਬਾ ਬੁੱਢਾ ਸਾਹਿਬ ਇਸ ਸ਼ਬਦ ਦੀ ਤਾਬਿਆ ਬਹਾਲੇ। ਅੱਜ ਤਾਂ ਹੁਣ ਜਿਹੜਾ ਮਰਜ਼ੀ ਬਹਿ ਜਾਂਦਾ, ਪੁੱਛਣ ਦੱਸਣ ਵਾਲਾ ਹੈ ਨਹੀਂ, ਚਾਹੇ ਕੋਈ ਸੋਚ ਪਵਿੱਤਰਤਾ ਜਾਂ ਕੋਈ ਜੀਵਨ ਉੱਚਾ ਸੁੱਚਾ ਜਾਂ ਬਾਣੀ ਦੀ ਸੰਥਿਆ ਕੀਤੀ ਹੈ ਜਾਂ ਨਹੀਂ। ਪਰ ਨਹੀਂ, ਇੱਥੋਂ ਸਿੱਖਿਆ ਲੈਣੀ ਚਾਹੀਦੀ ਕਿ ਐਡੀ ਵੱਡੀ ਮਹਾਨ ਸ਼ਖਸੀਅਤ ਨੂੰ ਤਾਬਿਆ ਬਹਿਣ ਦਾ ਸੁਭਾਗ ਮਿਲਿਆ। ਔਰ ਆਪ ਮਹਾਰਾਜ ਨੇ ਕੀਰਤਨ ਔਰ ਪਰੰਪਰਾ ਗਾਂ ਚਲਾਈ। ਇਸ ਬੀੜ ਦਾ ਨਾਂ ਹੈ ਕਰਤਾਰਪੁਰ ਸਾਹਿਬ ਵਾਲੀ ਬੀੜ। ਤੇ ਜਦੋਂ ਜਲਦ ਬਣਨ ਵਾਸਤੇ ਲਾਹੌਰ ਭੇਜਿਆ, ਭਾਈ ਬੰਨੋ ਜੀ ਨੇ ਬਹੁਤ ਸਾਰੇ ਲਿਖਾਰੀ ਲਾ ਕੇ ਤੇ ਦੂਸਰਾ ਤਾਰਾ ਕੀਤਾ। ਜਿਹੜੇ ਸ਼ਬਦ ਸੀ, ਜਿਵੇਂ ਸੂਰਦਾਸ ਜੀ ਦਾ ਛਾੜ ਮਨ ਹਰਬ ਮੁਖਨ ਕੋ ਸੰਗ, ਇੱਕ ਪੰਕਤੀ ਲਈ ਸੀ, ਭਾਈ ਬੰਨੋ ਸਾਹਿਬ ਨੇ ਪੂਰਾ ਲਿਖਿਆ। ਰਣ ਝੁੰਝਣ ਨਾ ਗਾਓ ਸਖੀ, ਇਹ ਵੀ ਪੂਰਾ ਲਿਖਿਆ। ਤੇ ਮਹਾਰਾਜ ਨੇ ਜਦੋਂ ਦੋ ਸਰੂਪ ਦੇਖੇ, ਜਲਦ ਬਣ ਕੇ ਲਿਆਏ, ਕਹਿਣ ਲੱਗੇ ਦੂਜਾ ਸਰੂਪ। ਭਾਈ ਬੰਨੋ ਜੀ ਕਹਿੰਦੇ ਮਹਾਰਾਜ ਤਾਰਾ ਕਰ ਲਿਆ। ਜਿਲੇ ਮਹਾਰਾਜ ਨੇ ਸਾਰੀ ਘੋਖ ਪੜਤਾਲ ਕੀਤੀ, ਕਹਿੰਦੇ ਅਸੀਂ ਤਾਂ ਬਾਣੀ ਜਿਹੜੀ ਗੁਰੂ ਨਾਨਕ ਦੇ ਸਿਧਾਂਤ ਦੇ ਅਨੁਕੂਲ ਸੀ ਉਹ ਰੱਖੀ ਸੀ, ਤੁਸੀਂ ਵਿੱਚ ਬਾਣੀ 'ਚ ਖਾਰ ਪਾ ਦਿੱਤੀ ਹੈ, ਇਸ ਕਰਕੇ ਇਸ ਬੀੜ ਦਾ ਨਾਂ ਖਾਰੀ ਬੀੜ ਹੈ। ਹੁਣ ਉਹ ਪਹਿਲਾਂ ਤਾਂ ਮੰਗਟ ਪਿੰਡ ਪਾਕਿਸਤਾਨ, ਹੁਣ ਜਿੱਥੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਕੋਲ ਹੈ। ਤੇ ਉਸ ਤੋਂ ਬਾਅਦ ਫਿਰ ਇਹ ਬੀੜ ਦਾ ਪ੍ਰਕਾਸ਼ ਰਿਹਾ। ਤੇ ਫਿਰ ਇਹ ਬੀੜ ਜਿਹੜੀ ਹੈ ਅੱਜ ਧੀਰਮਲੀਆਂ ਦੇ ਪਰਿਵਾਰ ਕੋਲ ਹੈ। ਦਾਸ ਨੇ ਉਹਦੇ ਦਰਸ਼ਨ ਕੀਤੇ ਹੈ, ਕਥਾ ਵੀ ਕੀਤੀ ਹੈ, ਪ੍ਰਕਾਸ਼ ਸੁਖਾਸਨ ਵੀ ਕੀਤਾ। ਉਸ ਬੀੜ ਨੂੰ ਕਰਤਾਰਪੁਰ ਵਾਲੀ ਬੀੜ ਕਹਿੰਦੇ, ਦੂਜੀ ਖਾਰੀ ਬੀੜ ਬੰਨੋ ਵਾਲੀ ਹੋ ਗਈ। ਫਿਰ ਜਦੋਂ ਦਸਮ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬੇਨਤੀ ਤੋਂ, ਮਹਾਰਾਜ ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਵਿਆਖਿਆ ਵੀ ਕਰਕੇ ਕਿਰਪਾ ਕਰੋ, ਫਿਰ ਧੀਰਮਲੀਆਂ ਤੋਂ ਸਰੂਪ ਮੰਗਾਉਣ ਲਈ ਸਿੰਘ ਭੇਜੇ। ਉਸ ਵੇਲੇ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਤੇ ਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਕੰਠੋਂ ਬਾਣੀ ਉਚਾਰੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਨੇ ਸਰੂਪ ਲਿਖਿਆ। ਉਹਦੇ 'ਚ ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਲੋਕ ਦਰਜ ਕਰਕੇ ਸੰਪੂਰਨ ਰੂਪ ਦੇ ਕੇ ਮਹਾਰਾਜ ਨੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਵਿਆਖਿਆ ਕਰਕੇ ਅਖੰਡ ਪਾਠ ਸਾਹਿਬ ਹੋਏ, ਭੋਗ ਪਾਇਆ, ਗਾਂ ਟਕਸਾਲਾਂ ਵਗੈਰਾ ਚਲਾਈਆਂ, ਜਿਹਦੇ ਭਾਈ ਦਇਆਲ ਸਿੰਘ ਔਰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤਥਾ ਹੋਰ ਵੀ ਗੁਰਸਿੱਖ ਜਿਨ੍ਹਾਂ ਨੇ ਉਸ ਸਮੇਂ ਮਹਾਰਾਜ ਦੇ ਮੁਖਾਰਬਿੰਦ ਤੋਂ ਅਰਥ ਪੜ੍ਹਨ ਦਾ ਜਾਂ ਕਥਾ ਸੁਣਨ ਦਾ ਲਾਹਾ ਲਿਆ, ਉਹ ਸਾਰੇ ਪੂਜਨੀਕ ਨਮਸਕਾਰ ਕਰਨ ਯੋਗ ਹੈ। ਜਦੋਂ ਫਿਰ ਹਜ਼ੂਰ ਸਾਹਿਬ ਗਏ, ਉੱਥੇ ਫਿਰ ਮਹਾਰਾਜ ਨੇ ਲੀਲਾ ਵਰਤਾਉਣ ਦਾ ਸਾਰਾ ਇਹ ਵਿਚਾਰ ਬਣਿਆ। ਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅੱਗੇ ਇੱਕ ਗੁਰੂ ਦੂਏ ਗੁਰੂ ਦੇ ਲੜ ਲਾ ਜਾਂਦਾ ਸੀ, ਕਿ ਹੁਣ ਆਪ ਕਿਹਨੂੰ ਇਹ ਬਖਸ਼ਿਸ਼ ਕਰੋਗੇ? ਮਹਾਰਾਜ ਕਹਿਣ ਲੱਗੇ, ਭਾਈ ਹੁਣ ਅਸੀਂ ਇਹ ਸ਼ਬਦ ਗੁਰੂ ਨੂੰ ਬਖਸ਼ਿਸ਼ ਕਰਾਂਗੇ, ਕਿਉਂ ਸਰੀਰ ਤੇ ਸਦਾ ਨਹੀਂ ਰਹਿਣੇ ਹੈਗੇ, ਚਲੇ ਜਾਣੇ ਆ। ਇਨ ਦੇਹਨ ਕੀ ਕਿਆ ਵਡਾਈ, ਜਿਉਂ ਸਲਤਾ ਮੈਂ ਜਲ ਬਹਿ ਜਾਈ, ਤਨ ਸਨੇ ਝੂਠਾ ਕਰ ਜਾਣਾ। ਉਹ ਸ਼ਬਦ ਸਦਾ ਰਹਿਣ ਵਾਲਾ ਅਟਲ ਆ। ਅੱਜ ਦੇਖੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਰੀਰ ਕਰਕੇ ਨਹੀਂ, ਉਹਨਾਂ ਦੀ ਕਥਾ ਰਿਕਾਰਡ ਕੀਤੀ ਹੈ, ਬੋਲ ਉਵੇਂ ਹੀ ਆ। ਰਾੜੇ ਵਾਲੇ ਸਰੀਰ ਕਰਕੇ ਨਹੀਂ, ਉਹ ਮੂਵੀ ਦੇਖੀਏ ਬਾਜਾ ਵਜਾਉਂਦੇ ਵੀ ਨਜ਼ਰ ਆਉਂਦੇ ਆ, ਫੋਟੋ ਨਾਲ ਹੀ ਆ, ਕੀਰਤਨ ਵੀ ਕਰਦੇ ਉਸੇ ਤਰ੍ਹਾਂ ਹੀ, ਕਿਉਂਕਿ ਸ਼ਬਦ ਜਿਹੜਾ ਹੈ ਇਹਦੀ ਹਯਾਤੀ ਬਹੁਤ ਲੰਬੀ ਹੈ। ਔਰ ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ। ਉਸ ਵੇਲੇ ਫਿਰ ਬਹੁਤ ਵੱਡਾ ਭੰਡਾਰਾ ਹੋਇਆ, ਲੰਗਰ ਹੋਇਆ।
ਤੇ ਮਹਾਰਾਜ ਨੇ ਲੰਗਰ ਆਪ ਵੀ ਛਕਿਆ, ਜਲ ਪਾਣੀ ਵੀ ਛਕਿਆ। ਇੱਕ ਗੁਰਸੋਭਾ ਗ੍ਰੰਥ ਹੈ ਮਹਾਰਾਜ ਜੀ, ਉਹਦੇ ਵਿੱਚ 52 ਕਵੀਆਂ 'ਚ ਇੱਕ ਕਵੀ ਹੋਏ ਮਹਾਰਾਜ ਦੇ ਸੈਨਾਪਤੀ ਜੀ। ਉਹਨੇ ਚਾਣਕ ਨੀਤੀ ਦਾ ਗੁਰਮੁਖੀ ਵਿੱਚ ਟਰਾਂਸਲੇਟ ਵੀ ਕੀਤਾ ਕਵੀ ਸੈਨਾਪਤੀ ਜੀ ਨੇ। ਜਿਸ ਤਰ੍ਹਾਂ ਦੂਜੇ ਗ੍ਰੰਥਾਂ ਦੇ ਵੀ ਅਨੁਵਾਦ ਮਹਾਰਾਜ ਨੇ ਕਰਾਏ ਸੀ, ਆਪ ਵੀ ਕਿਰਪਾ ਕਰਦੇ ਰਹੇ। ਉਹਨਾਂ ਨੇ ਉਹ ਗੁਰਸੋਭਾ ਗ੍ਰੰਥ ਲਿਖਿਆ, ਉਹਦੇ ਵਿੱਚ ਉਹ ਬਚਨ ਲਿਖਿਆ, ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ। ਕਹਿੰਦੇ ਬਹੁਤ ਦਿਨ ਬੀਤ ਗਏ, ਸੱਚਖੰਡ ਜਾਣ ਦਾ ਅੰਤ ਦਾ ਸਮਾਂ ਆ ਗਿਆ। ਕਿਤੇ ਦਿਵਸ ਬੀਤੇ ਸਮਾਂ ਅੰਤ ਆਇਓ, ਕਰੋ ਬੇਗ ਪ੍ਰਸ਼ਾਦ ਐਸੇ ਬਤਾਇਓ। ਕਹਿੰਦੇ ਜਲਦੀ ਖੁੱਲਾ ਕੜਾ ਪ੍ਰਸ਼ਾਦੀਆਂ ਦੇਗਾਂ ਲੰਗਰ ਤਿਆਰ ਕਰੋ। ਕਛੂ ਭੋਜਨ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ। ਸੰਗ 'ਚ ਬੈਠ ਕੇ ਪੰਗ 'ਚ ਕੁਝ ਭੋਜਨ ਵੀ ਛਕਿਆ, ਕੁਝ ਜਲ ਵੀ ਛਕਿਆ। ਕਛੂ ਭੋਜਨ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ। ਸਾਰਿਆਂ ਨੂੰ ਭਰੋਸਾ ਦਿੱਤਾ ਸਰੀਰ ਸਦਾ ਨਹੀਂ ਰਹਿਣੇ, ਇਹ ਸ਼ਬਦ ਸਦਾ ਰਹੇਗਾ, ਸ਼ਬਦ ਸਦਾ ਰਹੇਗਾ। ਕਛੂ ਭੋਜਨ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ। ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਭਰੋਸਾ ਦਿੱਤਾ ਕਿ ਸ਼ਬਦ ਕਰਕੇ ਅਸੀਂ ਸਦਾ ਰਹਾਂਗੇ। ਸਾਡਾ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਸੰਗਤ ਹਮੇਸ਼ਾ ਵਿਚਰਾਂਗੇ। ਕਛੂ ਭੋਜਨ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਭਾਂਤ ਦੀਨਾ। ਰਾਈ ਅਰਧ ਰਾਤੰ ਘਰੀ ਚਾਰ ਔਰੇ। ਅੱਧੀ ਰਾਤ ਬੀਤ ਗਈ, 12 ਵਜੇ 4 ਘੜੀਆਂ ਹੋਰ, ਇੱਕ ਘੜੀ 24 ਮਿੰਟ ਦੀ 96 ਮਿੰਟ, ਅਤੇ ਇੱਕ ਸਾਧ ਸੰਗਤ ਜੀ ਹੁਣ 96 ਮਿੰਟ ਦਾ ਹਿਸਾਬ ਬਣਾ ਲਓ, ਕਿੰਨਾ ਟਾਈਮ ਬਣਦਾ? 60 ਮਿੰਟ ਘੰਟੇ ਦੇ ਹੁੰਦੇ ਨਾ, 1 ਘੰਟਾ 36 ਮਿੰਟ ਗੁਜ਼ਰੇ ਸੀ। ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਕਹਿੰਦੇ ਦੇਖਦਿਆਂ ਦੇਖਦਿਆਂ ਆਦ੍ਰਿਸ਼ਟ ਹੋ ਗਏ। ਉਹ ਦੇਹ ਨਹੀਂ, ਉਹ ਜੋਤ ਸਰੂਪ ਸਨ। ਸਰੀਰ ਜਿਹੜਾ ਹੈ ਉਹ ਸਾਡੇ ਵਰਗਾ ਨਹੀਂ ਹੁੰਦਾ, ਮਹਾਂਪੁਰਖਾਂ ਦਾ। ਮਹਾਰਾਜ ਜੀ ਬੈਠੇ ਆ, ਸਿਆਣੇ ਵਿਦਵਾਨ ਮੰਡਲੀ ਬੈਠੀ ਹੈ। ਸਾਡੇ ਸਰੀਰ 5 ਤੱਤਾਂ ਦੇ ਤਮੋਗੁਣ ਪ੍ਰਧਾਨ ਅਵਿਦਿਆ ਤੋਂ ਬਣੇ ਹੋਏ ਆ। ਉਹਨਾਂ ਦਾ ਜਿਹੜਾ ਸਰੂਪ ਸੁੱਧ ਸਤੋ ਅੰਸ਼ ਮਾਇਆ ਤੋਂ ਹੈ, ਜੋਤ ਸਰੂਪ ਹੈ। ਦੇਖਣ ਨੂੰ ਤਾਂ ਐਵੇਂ ਹੀ ਨਜ਼ਰ ਆਉਂਦਾ। ਇੱਕ ਵਾਰੀ ਭਾਈ ਦਇਆ ਸਿੰਘ ਸਾਹਿਬ ਨੇ ਕਿਹਾ ਸੀ, ਮਹਾਰਾਜ ਕਈ ਵਾਰੀ ਲੀਲਾ ਕਰ ਲੈਂਦੇ, ਕਹਿੰਦੇ ਮੇਰੇ ਲੱਕ ਨਾਲ ਕਮਰ ਕੱਸਾ ਬੰਨੋ, ਉਹ ਬੰਨਣ ਤੋਂ ਉਹਨਾਂ ਦੇ ਹੱਥ ਵਿੱਚ ਆ ਜਾਏ। ਕਹਿੰਦੇ ਮਹਾਰਾਜ ਬਾਂਹ ਵੀ ਐਵੇਂ ਘੁੰਮੀ ਜਾਂਦੀ ਹੈ। ਹੁਣ ਆਹ ਸੂਰਜ ਦਾ ਪ੍ਰਕਾਸ਼ ਆ, ਬਾਂਹ ਘੁਮਾਈ ਜੋ, ਕਿਤੇ ਰੋਕ ਟੋਕ ਹੈ? ਅਤੇ ਜਿਸ ਨੇ ਕਈ ਸੂਰਜ ਚੰਦ ਪ੍ਰਕਾਸ਼ 6 ਜੋਤੀਆਂ ਪੈਦਾ ਕੀਤੀਆਂ, ਉੱਥੇ ਕਿਵੇਂ? ਇਸ ਕਰਕੇ ਕਹਿੰਦੇ ਫਿਰ ਉਸ ਵੇਲੇ ਮਹਾਰਾਜ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਹੀ ਗੁਪਤ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਨੇ ਵੀ ਇਹ ਲੀਲਾ ਕੀਤੀ ਸੀ ਨਾ। ਮਾਤਾ ਗੰਗਾ ਜੀ, ਬਾਬਾ ਬਕਾਲਾ ਸਾਹਿਬ, ਬਾਬਾ ਸ੍ਰੀ ਚੰਦ, ਉਹ ਉਹਨਾਂ ਦੀ ਮੌਜ ਆ, ਜਿਵੇਂ ਮਰਜ਼ੀ ਕਰ ਲੈਣ, ਸਮਰੱਥ ਹੈ। ਇਸ ਕਰ ਕਹਿੰਦੇ ਰਾਈ ਅਰਧ ਰਾਤੰ ਘਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਦੇਖਦਿਆਂ ਦੇਖਦਿਆਂ ਹੀ ਆਦ੍ਰਿਸ਼ਟ ਹੋ ਗਏ। ਸੋ ਇਸ ਕਰਕੇ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾਂ ਭਾਈ ਦਇਆ ਸਿੰਘ ਸਾਹਿਬ ਨੂੰ ਹੁਕਮ ਹੋਇਆ। ਅੱਜ ਕਈ ਸ਼ੰਕਾ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਕਿੱਥੇ ਦਿੱਤੀ, ਕਿੱਥੇ ਲਿਖਿਆ ਹੋਇਆ। ਸਾਰੀਆਂ ਗੱਲਾਂ ਲਿਖਤ ਵਿੱਚ ਤਾਂ ਆਉਂਦੀਆਂ ਨਹੀਂ ਹੁੰਦੀਆਂ।
ਤੁਹਾਨੂੰ ਪੁੱਛਿਆ ਜਾਏ, ਤੁਸੀਂ ਆਪਣੇ ਪੇ ਦਾ ਨਾਂ ਲਿਖ ਕੇ ਕੱਢ ਲਓਗੇ, ਦਾਦੇ ਪੜਦਾਦੇ ਦਾ ਜਿਹੜੇ ਉੱਪਰਲੇ ਆ ਦੱਸ ਦਿਓਗੇ ਕੌਣ ਸੀ? ਦੱਸ ਸਕਦੇ ਆ? ਪਰ ਇਹ ਲਿਖਤ ਹੈਗੀ ਆ। ਮਹਾਰਾਜ ਦੇ ਡੈਰੀ ਲਿਖਣ ਵਾਲੇ ਸਿੰਘ ਰਹਿੰਦੇ ਸੀ, ਨਰਬਦ ਸਿੰਘ ਭੱਟ, ਜਿਹੜੀ ਉਹਦੀ ਬਹੀ ਹੈ ਉਹਦੇ ਵਿੱਚ ਲਿਖਿਆ ਹੋਇਆ। ਭਾਈ ਦਇਆ ਸਿੰਘ ਸਾਹਿਬ ਨੂੰ ਕਿਹਾ ਕਿ ਗ੍ਰੰਥ ਸਾਹਿਬ ਲੈ ਆਓ। ਭਾਈ ਦਇਆ ਸਿੰਘ ਜੀ ਹੁਕਮ ਮੰਨ ਕੇ ਮਹਾਰਾਜ ਸਰੂਪ ਲੈ ਆਏ, ਅਤੇ ਮਹਾਰਾਜ ਨੇ 5 ਪਹਿਲ ਨਲੇਰ ਰੱਖ ਕੇ 4 ਪ੍ਰਕਰਮਾਂ ਕਰਕੇ ਨਮਸਕਾਰ ਕੀਤੀ ਔਰ ਬਚਨ ਕੀਤੇ। ਵੈਸੇ ਤਾਂ ਜਿਹੜਾ ਸ਼ਬਦ ਆ ਸਦਾ ਹੀ ਗੱਦੀ ਸਰੂਪ ਹੈ, ਅਤੇ 5ਵੇਂ ਪਾਤਸ਼ਾਹ ਜਦੋਂ ਦਰਬਾਰ ਸਾਹਿਬ ਪ੍ਰਕਾਸ਼ ਕਰਤਾ ਤੇ ਗੱਦੀ ਦੀ ਗੱਲ ਕਿਹੜੀ ਪਿੱਛੇ ਰਹਿ ਗਈ? ਆਪ ਚੌਰ ਦੀ ਸੇਵਾ ਕਰਦੇ ਸੀ। ਜਦੋਂ ਕੋਠਾ ਸਾਹਿਬ ਸੁੱਖ ਆਸਣ ਜਾਂ ਚੌਰ ਦੀ ਸੇਵਾ, ਥੋੜ੍ਹਾ ਬਰਾਜਣਾ ਪਲੰਗੇ ਦੇ ਨੀਚੇ ਹੀ ਆਸਣ ਵਿਛਦਾ ਸੀ, ਅੱਜ ਵੀ ਵਿਛਦਾ। ਕਹਿਣ ਤੋਂ ਭਾਵ ਕਿਉਂਕਿ ਸ਼ਬਦ ਹੀ ਗੁਰੂ ਆ। ਜੇ ਕਿਸੇ ਮਹਾਂਪੁਰਖ ਦੇ ਸਰੀਰ ਵਿੱਚੋਂ ਸ਼ਬਦ ਨਿਕਲਦਾ, ਸ਼ਬਦ ਦੁਆਰਾ ਉਹ ਵਿਆਖਿਆ ਕਰਦਾ, ਚਾਹੇ ਅਰਬੀ ਬੋਲੀ ਹੈ, ਚਾਹੇ ਇੰਗਲਿਸ਼ ਹੈ, ਚਾਹੇ ਸੰਸਕ੍ਰਿਤ ਹੈ, ਉਹਦੀ ਵਿਆਖਿਆ ਕਰਕੇ ਸਮਝਾਏਗਾ ਨਾ। ਭਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹੋ, ਕੀਰਤਨ ਹੋਇਆ, ਸੰਗਤ ਨੇ ਕਿਹਾ ਮਹਾਰਾਜ ਆਨੰਦ ਬੜਾ ਆਇਆ, ਇਹਦਾ ਪਰਮਾਰਥ ਸਮਝਾਓ। ਅਤੇ ਮਹਾਰਾਜ ਵਿਆਖਿਆ ਕਰਕੇ ਆਪਣੇ ਮਕਾਰਬਿੰਦ ਤੋਂ ਕਿਰਪਾ ਕਰਦੇ ਸੀ। ਅੱਜ ਦੇਖੋ ਸਾਰੇ ਸੰਸਾਰ ਦੇ ਉੱਤੇ ਰੋਮ ਦੇ ਵਿੱਚ ਪੋਪ ਰਹਿੰਦਾ, ਈਸਾਈਆਂ ਦਾ ਜਿਹੜਾ ਮੁਖੀ ਹੈ, ਔਰ ਜਿੰਨੇ ਦੁਨੀਆ ਦੇ ਧਰਮ ਆ ਉਹ ਰੋਮ ਵਿੱਚ ਰਜਿਸਟਰਡ ਹੁੰਦੇ ਆ। ਸਾਡੇ ਸਿੱਖਾਂ ਦੀ ਬਦਕਿਸਮਤੀ ਹੈ, ਅਸੀਂ ਹਾਲੇ ਤੀਂ ਰਜਿਸਟ੍ਰੇਸ਼ਨ ਨਹੀਂ ਕਰਾ ਸਕੇ। ਜੇ ਕੋਈ ਤੁਰਦਾ ਦੂਏ ਲੱਤਾਂ ਖਿੱਚਦੇ ਆ ਕਿ ਇਹ ਨਾ ਕਿਤੇ ਲਾਭ ਲੈ ਜਾਏ, ਇਹਦਾ ਨਾਂ ਨਾ ਹੋ ਜਾਏ। ਵੈਸੇ ਤਾਂ ਚੀਜ਼ਾਂ ਰਜਿਸਟ੍ਰੇਸ਼ਨ ਵਾਲੀਆਂ ਨਹੀਂ, ਪਰ ਦੁਨਿਆਵੀ ਤੌਰ 'ਤੇ ਬਹੁਤ ਗੱਲਾਂ ਜਦੋਂ ਅਸੀਂ ਸੰਸਾਰ 'ਚ ਵਿਚਰਨਾ ਅਤੇ ਸਾਨੂੰ ਦੱਸਣਾ ਪਏਗਾ ਕਿ ਸਾਡਾ ਵੀ ਕੋਈ ਧਰਮ ਹੈ। 12 ਮੀਲ ਦਾ ਜਿਹੜਾ ਏਰੀਆ, ਉੱਥੇ ਪੋਪ ਦਾ ਸਿੱਕਾ ਚੱਲਦਾ, ਵੈਟੀਕਨ ਜਿਹੜੀ ਉਹਦੀ ਜਗ੍ਹਾ, ਸਿੱਕਾ ਪੋਪ ਦਾ ਚੱਲਦਾ। ਔਰ ਰੋਮ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈ, ਦੁਨੀਆ ਭਰ ਦੇ ਪੁਸਤਕ, ਦੁਨਿਆਵੀ ਵੀ ਹੈ, ਪਰਮਾਰਥੀ ਵੀ ਹੈ। ਜਿੱਥੇ ਉਹਨਾਂ ਦੀ ਬਾਈਬਲ ਪਈ ਹੈ, ਉੱਥੇ ਲਿਖਿਆ ਹੋਇਆ ਇਹ ਈਸਾਈ ਧਰਮ ਦੀ ਬੁੱਕ ਹੈ। ਜਿੱਥੇ ਕੁਰਾਨ ਇਹ ਮੁਸਲਮਾਨਾਂ ਦੀ ਧਾਰਮਿਕ ਬੁੱਕ ਆ, ਜਿੱਥੇ ਗੀਤਾ ਇਹ ਸਨਾਤਨੀਆਂ ਦੀ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਰੀ ਮਨੁੱਖਤਾ ਦੇ ਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪ੍ਰਬੰਧ ਉਹਨਾਂ ਦਾ, ਰਾਜ ਉਹਨਾਂ ਦਾ, ਸਾਡਾ ਤੇ ਹੈ ਨਹੀਂ। ਪਰ ਜਿਹੜੀ ਅਸਲੀਅਤ ਆ ਉਹ ਆਪਣੇ ਆਪ ਮੂੰਹੋਂ ਬੋਲਦੀ ਹੈ। ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨ ਤੌਰ 'ਤੇ ਪਾਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਆ। ਸੁਪਰੀਮ ਕੋਰਟ ਨੇ, ਮਹਾਰਾਜ ਜੀ ਜਿਹੜੀ ਸੁਪਰੀਮ ਕੋਰਟ ਹੈ ਨਾ ਇੰਡੀਆ ਦੀ, ਉਹਨੇ ਇਹ ਪਾਸ ਕੀਤਾ ਜੱਜਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਆ। ਨਹੀਂ ਤਾਂ ਕਿਸੇ ਕੋਰਟ ਨੇ ਨਹੀਂ ਪਾਸ ਕੀਤਾ ਹੋਊਗਾ, ਕਿਉਂਕਿ ਸ਼ਬਦ ਦੀ ਬਰਕਤ ਏਡੀ ਵੱਡੀ ਹੈ। ਕਿਉਂਕਿ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਭਏ, ਓਂਕਾਰ ਵੇਦ ਧਰਮ। ਕਿਉਂਕਿ ਏਕ ਓਂਕਾਰ ਦੀ ਵਿਆਖਿਆ ਮੂਲ ਮੰਤਰ ਆ, ਇਹਦੇ 9 ਵਿਸ਼ੇਸ਼ਣ ਗਾਇਤਰੀ ਮੰਤਰ ਆ। ਸਲੋਕ ਦੇ ਵਿੱਚ ਇਹਦੀ ਵਿਆਖਿਆ ਫਿਰ ਕੀਤੀ ਹੈ ਗੁਰਪ੍ਰਸਾਦ ਦੀ। ਜੋ ਕੈਸਾ ਅਕਾਲ ਪੁਰਖ ਦਾ ਪਹਿਲਾਂ ਸਰੂਪ ਲੱਛਣ, ਤਟਸਥੀ ਲੱਛਣ ਵਰਣਨ ਕੀਤੇ ਨਾ, ਫਿਰ ਉਹ ਤਿੰਨਾਂ ਕਾਲਾਂ ਵਿਆਪਕ ਸਰੂਪ ਦੱਸਿਆ। ਹੁਣੇ ਸ਼ਾਸਤਰੀ ਜੀ ਕਰਦੇ ਗਏ ਵਿਆਪਕ ਦੀ ਗੱਲ। ਇੱਕ ਚੀਜ਼ ਪ੍ਰਛਿੰਨ ਹੁੰਦੀ ਹੈ, ਇੱਕ ਵਿਆਪਕ ਹੁੰਦੀ ਹੈ। ਪ੍ਰਛਿੰਨ ਚੀਜ਼ ਇੱਕ ਦੇਸ਼ੀ ਹੈ, ਉਹਦਾ ਤੋਲ ਬੋਲ ਵਜਨ ਸਭ ਕੁਝ ਹੋ ਸਕਦਾ।
ਵਿਆਪਕ ਚੀਜ਼ ਜਿਹੜੀ ਉਹ ਤੋਲਣ ਬੋਲਣ 'ਚ ਆਉਂਦੀ ਨਹੀਂ। ਅੱਜ ਕਈ ਕਹਿੰਦੇ ਵੀ ਰੱਬ ਕਿੱਥੇ ਆ ਦਿਖਾਓ, ਉਹਨਾਂ ਦਾ ਪ੍ਰਸ਼ਨ ਗਲਤ ਆ। ਜਿਹੜੀ ਚੀਜ਼ ਹਰ ਜਗ੍ਹਾ ਹੈ ਉਸ ਨੂੰ ਦਿਖਾਉਣ ਦੀ ਕੀ ਲੋੜ ਆ। तस्य भाषा सर्वमिदं भवाति, उसी के प्रकाश करके सब ने प्रकाश हो रहा है। तिसके चानन सब में चानन होए, लेकिन गुर साखी जोत प्रगट हो। वो प्रगट करने का ढंग जड़ा वो गुरु की साखी शिक्षा द्वारा है। इस वास्ते सत्संगियो वो व्यापक शक्ति है। हुण गुरु नानक साहब इत्थे है, लो जी महाराज अखां मीटियां मक्के चले गए। जाण तो पहला महाराज उत्थे है ना, मक्के जाके यही दसिया भी जिधर बई खुदा है नहीं उधर कर दिओ। वो कहंदे भी अल्लाह ताला मक्के रहिंदा, उन्हें अल्लाह नूं उत्थे ताला ला दिता भी तूं बाहर ना जाई। अल्लाह नूं ताला लाता ना, इत्थों बाहर ना जाई, इत्थे ही रही। पर महाराज कहंदे वो व्यापक आ, हर जगह है। सब घट राम बोला, रामा बोला, राम बिना को बोला। जिधर है नहीं उधर कर दिओ। हुण कई कहंदे जी मक्का नहीं घुमाया, मन घुमाया। फिर साइंसदान मंनदे आ धरती घुमदी है, ग्रह घुमदे आ। इन्हां ग्रहां नूं धरतियां नूं कौन घुमा रिहा? कोई तो मनना ही पवे कौन घुमाउण वाला। जिहड़ा एरड़ियां धरतियां नूं घुमाई जांदा ते उहने छोटा जिहा मक्का घुमाता, तो उहदे लई किड्डी वड्डी गल आ। गज के बोलो। क्योंकि भैवे सूरज भैवे चंद को करोड़ी चलत ना अंत। ये सारे उहदे भै विच ही है। भै विच अगन कड्डे बेगार, भैवे धरती दबी भार। उहदे हुक्म विच सारा कुछ हो रहा। ते अज साडी हालत ये बनी हुई है, असीं हर चीज़ नूं खंडन करी जाने पर मंडन भी हुंदा, चंडन भी हुंदा। वो जिवें एक संत दे डेरे सी, कोई आके नवां रल गया, ना तो भंडारे खाई जाने, नहीं जी रामचंद्र कोई नहीं होया, सीता कोई नहीं होई, हनुमान कोई नहीं, कृष्ण कोई नहीं होया, फलाना कोई नहीं होया। कहंदे महाराज ना तो भंडारे खांदा, ना ये भंडी करी जांदा, मिट्टी पुट रहा। कहंदे इनूं इत्थे जुट लो। जुट के कहण लगे जड़ा आउंदा इहदे सिर च एक छित्तर मारी, चलो पुछी जाओ पे हैगे आ। जिहले ठा वजे कहंदे जी हैगे आ। ये जिहड़े लोग इस लैक दे आ, मूरख गंढ पवै मूँह मार। हैगा सब कुछ ही है, सारा कुछ हैगा। इस वास्ते हुण लकड़ च अग तां दीदी नहीं, दुध विच घ्यो नहीं दीदा। धन गुरु नानक साहब जदों ईरान की राजधानी तहरान विच गए, तहरान विच कीर्तन होया, कथा हुई, तो महाराज तो आप भी दिव्य स्वरूप वैसे ही फुल खिड़िया होवे, भौरे आपे ही आउंदे आ। जिथे महापुरख जाते हैं कोई इश्तिहार अखबार की भी लोड़ नहीं हुंदी, अपने आप ही प्रेमी आ जाते। वो संगंधी ऐसी हुंदी है। देखिया महापुरख हर खुआल वाले जदों आ जाए, पता नहीं राह टुटे कितों पब्लिक आउंदी सी। कमाई वाले जिहड़े लोग, मैगनेट खिंचदा, लोहे नूं लोहा नहीं ना खिंचदा। कला हुंदी आ उन्हां बंदगी वालियां 'च, कोई हिसाब नहीं। उन्हें कहा इस्लामी देश इत्थे आके प्रचार बड़ा खतरा। उन्हें दाका कीते, सारे फेल हो गए। फिर जिहड़ा उन्हां दा बड़ा हैड प्रीस्ट, बड़ा मौलवी, वो कहंदा आपां विचार ना करिए। उन्हें आके गुरु नानक पातशाह नूं 3 प्रश्न करते। खुदा कित्थे रहिंदा है, खुदा की करदा है, खुदा कित्थे रहिंदा है, खुदा की करदा। महाराज कहण लगे कि मौलवी जी ये दसो कि तुसीं गणित विद्या पढ़े हैं? कहंदे महाराज मैं तो बड़ा आलम फाजल हाँ। आपां पंडित या बुद्धिजीवी या सकालर कह दिंदे आ, वो आलम फाजल कह दिंदे। बोली का ही भेद है, गल तो वही हुंदी है। झगड़ा शब्द ना समझण दा है, जिन शब्द समझ लिया ਉਹਲੇ कोई झगड़ा नहीं। वाटरमैलन कह दो,
तरबूज कह दिओ, मतीरा कह दिओ, हदवाना कह दिओ, बोली भेदी है तो चीज़ इको ही है। ये ना समझी दे रौले है। महाराज कहते समझ परी तो बिसरिओ गावन, रौला मौला खत्म हो जाता जल्द समझ आ गई, फिर नहीं कोई झगड़ा रहिंदा। साध संगत जी जल्ले गए, महाराज कहते गणत विद्या आउंदी है, कहते महाराज मैं तो पढ़ाउना लोगों नूं, कहते चंगा फिर 100 ते गिण के सुना। कहता 1 2 3 4 5 6 7 8 9, कहते बहुत है। मौलवी जी दसो एक तो पहला किहड़ा अंक है? कहती जी 1 तो पहला तो कोई अखर ही नहीं। महाराज कहते फिर रब्बे रब बाकी सब जब, ओही है, वो तो बिना कोई नहीं है। 1 तो पहला कोई नहीं ते वो इको ही है, दूजा नहीं है। कहते फिर दिसदा क्यों नहीं? कहते कल नूं दुध लियाई फिर गल करांगे। आए गए दी मेहमानी भी करनी चाहिए ना, कुछ अगना च आसन दिओ। आगतंग स्वागतंग सारंग, भोजन चा घिरतंग सारंग, रात्रि जा जागन सन, इस्त्रिया जा ताड़नंग सारंग। पहला आए नूं जी आया मौलवी जी करी दी है। तुसीं कहने कुरान शरीफ पढ़िया, तुहानूं इन्ना ही नहीं पता भी आए नूं आसन देईदा, जी आया चरण धुआई दे आ, जल पानी पुछीदा हुंदा। बड़ा शर्मिंदा जिहा होया, है तो झूठा ही सी इत्थे। सब तो पहले यही गल हुंदी। अजकल हुण घरां च की है, बच्चे बैठे मोबाइल देखी जाते हैं, कोई रिश्तेदार आ जाए कोई आ जाए उन्होंने कोई फिक्र नहीं। गज के बोलो कि स्कूलों चो पढ़ाई खत्म हो गई, डिग्रियां डिप्लोमे दे दिते, ये गल्लां नहीं सिक्ख्या दी जा रही। इसे करके आ सारा संसार अस्त व्यस्त होया पिया, ढांचा हिल गया। 4 परिक्रमा करते सी, करा दिंदे आ जिहड़े ब्याह हुंदा। ये कदी नहीं समझे इन्हां दा भाव की सी। पहली परिक्रमा सी माता पिता नूं नमस्कार करना, दूसरी पवित्र रूहां नूं, देवते कह लो, तीजी साधु संतां नूं, चौथी गुरु परमात्मा नूं। बाकी मेटने देई जाने, पता नहीं दा भाव की सी। जदों तक किसी चीज़ के भाव नूं पता नहीं लगता, उत्ते अमल नहीं करते, ये सारा ढांचा तहस नहस हो जाएगा। हो रहा है, हुंदा जा रहा है। रौला पाने एक बजुर्गों की कोई सेवा नहीं करता, बजुर्गों ने खुद किसी की सेवा नहीं की। जे तुसीं करदे हुंदे, आकाश के फरिश्ते तुहाडी सेवा करनगे, बंदियां दी गल छड्ड दिओ। फरिश्ते आकाश दे सेवा लिए हाजिर हो जाते हैं। महावीर जी बैठे सी, कोई आया कहना महाराज मेरे मझां गाइयां इधर उधर ना हो जान। उसका समाधि सी, सुनिया ही नहीं। वो जिले आया मझां पशु तो निकले जाते हैं, जिधर हर भरियाई हुए दौड़ जाते। उन्हें आके किल ठोक के वो कन्ना च पार कढ़ते। महावीर इंदर आ गया आकाश तो, महाराज जी नूं की सजा तुहाडे पहरे ते? कहते तेरी लोड़ नहीं, संत किसी दे आसरे नहीं हुंदा, संत आसरा देण लई आउंदा। जिहड़ा संत आसरा लैंदा वो संत काहदा? संत दा दूजिआं नूं आसरा देण लई आया। परमात्मा दा दूजा स्वरूप है। कहंदे जे मैं इहदे कीता होगा, मैं फल भोग लिया, जिउन वाधा कीता वो भोग लू। तू बैठ स्वर्ग च पछरां दियां नाच मुजरे देखी चल, सानू भजन करन दे। गज के बोलो संत इहो जिहा हुंदा है। पर अज असलीयत विच कई बारी बनावट बहुत रल जाती है। वो जिले ज़्यादा रल जाती है, फिर लोग कहते संत कोई है ही नहीं। ऐसा भी नहीं। संत जिहड़ा सत तो पैदा होया, जिहड़ी चीज़ सत तो पैदा हुई वो खत्म किवें हो सकती है? वो खत्म नहीं हुंदी है, वो सदा रहन वाली वस्तु है। सो साध संगत जी जदों ऐसा होया, दुध ले आया सुकमां च भांडे विच। उधर गाइयां मझां तो हुंदियां नहीं, भेड बकरियां ही हुंदियां उस इलाके च। ते कई सोचम ज़्यादा रखते, भांडा सुकमां चाहिए, विवेकी है, मिठा भी नहीं रलाया। अजकल तो वैसे ही डरते शूगर तो। जूदी पुड़ी लै आया, महाराज दुध लिया,
ਕਹਿੰਦੇ ਦੁੱਧ ਵਿੱਚ ਕੀ ਹੈ? ਕਹਿੰਦੇ ਮਹਾਰਾਜ ਨਰੋਲ ਦੁੱਧ ਖਾਲਸ, ਮੈਂ ਤਾਂ ਮਿੱਠਾ ਵੀ ਨਹੀਂ ਪਾਇਆ, ਸੁੱਕੇ ਹੱਥਾਂ ਨਾਲ ਸੁੱਕੇ ਭਾਂਡ ਵਿੱਚ ਹੋ ਕੇ ਲਿਆਇਆ, ਲਾਗ ਵੀ ਨਹੀਂ ਲਾਈ ਪਾਣੀ ਦੀ। ਕਹਿੰਦੇ ਇਹਦੇ ਵਿੱਚ ਦੇਖ ਕੀ ਹੈ? ਕਹਿੰਦੇ ਮਹਾਰਾਜ ਦੁੱਧ ਹੀ ਆ। ਕਹਿੰਦੇ ਨਹੀਂ ਮੌਲਵੀ ਜੀ, ਇਹਦੇ 'ਚ ਮਲਾਈ ਵੀ ਹੈ, ਇਹਦੇ 'ਚ ਮੱਖਣ ਵੀ ਹੈ, ਇਹ 'ਚ ਘਿਓ ਵੀ ਹੈ, ਇਹਦੇ 'ਚ ਪ੍ਰਕਾਸ਼ ਵੀ ਹੈ, ਬੱਤੀ ਪਾ ਕੇ ਤੀਲ ਲਾਈਏ, ਇਹਦੇ 'ਚ ਤਰਾਵਟ ਖੁਸ਼ਕੀ ਵੀ ਦੂਰ ਕਰਦਾ ਹੈ, ਇਹਦੇ 'ਚ ਦਹੀਂ ਵੀ ਹੈ, ਇਹਦੇ 'ਚ ਪਨੀਰ ਵੀ ਹੈ, ਇਹਦੇ 'ਚ ਖੋਆ ਵੀ ਹੈ, ਇਹਦੇ 'ਚ ਬਰਫੀ ਵੀ ਹੈ, ਖੀਰ ਵੀ ਇਹਦੇ ਨੇ ਬਣਦੀ ਹੈ, ਕੜਾਹ ਵੀ ਇਹਦੇ 'ਚੋਂ ਘਿਓ ਕੱਢ ਕੇ ਬਣਦਾ। ਤੂੰ ਕਹਿੰਦੇ ਹੈ ਨਹੀਂ। ਕਹਿੰਦੇ ਜਿਵੇਂ ਦੁੱਧ 'ਚ ਇਹ ਸਾਰੀਆਂ ਚੀਜ਼ਾਂ ਵਿਆਪਕ ਜੁਗਤੀ ਨਾਲ ਨਿਕਲਦੀਆਂ, ਇਸ ਤਰ੍ਹਾਂ ਪਰਮਾਤਮਾ ਵਿਆਪਕ ਆ ਪਰ ਪ੍ਰਗਟ ਜੁਗਤੀ ਨਾ ਹੁੰਦਾ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ। ਉਹ ਪਿੰਜਰੇ 'ਚ ਤੋਤਾ ਹੁੰਦਾ ਸੀ ਨਾ, ਉਹ ਚੂਰੀ ਖਾਣੀ ਗੰਗਾ ਰਾਮਾ ਕਹੋ ਰਾਮ ਮਿੱਠੂ, ਰਾਮ ਕਹੋ ਰਾਮ ਰਾਮ। ਕਹਿੰਦੇ ਭਈ ਸੰਤਾਂ ਕੋ ਕਥਾ ਨੂੰ ਜਾਣੇ ਆ, ਕਹਿੰਦੇ ਭਈ ਪਰਮਾਤਮਾ ਦਾ ਨਾਮ ਬੰਧਨ ਟੁੱਟ ਜਾਂਦੇ ਆ। ਮੈਂ ਦਿਨ ਰਾਤ ਰਾਮ ਰਾਮ ਕਰਦਾ, ਮੇਰੇ ਤਾਂ ਟੁੱਟਦੇ ਨਹੀਂ। ਪਰ ਮੰਗਤਾ ਮੁੱਠ ਮੁੱਠ ਆਟੇ ਲਈ ਰਾਮ ਰਾਮ ਵੇਚਦਾ ਫਿਰਦਾ ਬਾਜ਼ਾਰਾਂ 'ਚ, ਚੋਰ ਕੁੱਟ ਤੋਂ ਡਰਦਾ। ਜਿਹੜਾ ਦੁਕਾਨਦਾਰ ਤਕੜੀ ਦੀ ਬੋਦੀ ਫੜੀ ਹੈ, ਆਪਣੇ ਉਹਨੂੰ ਸੱਚਾ ਜ਼ਾਹਰ ਕਰਨ ਲਈ ਮੈਂ ਘੱਟ ਨਹੀਂ ਤੋਲਦਾ, ਰਾਮ ਰਾਮ ਉਹ ਵੀ ਕਹਿੰਦਾ। ਮੰਦਰ ਵਿੱਚ ਪੁਜਾਰੀ, ਉਹ ਵੀ ਕੋਈ ਲਿਆ ਕੇ ਭੇਟਾ ਚੜਾਏਗਾ, ਰਾਮ ਰਾਮ ਉਹ ਵੀ ਬੋਲ ਰਿਹਾ। ਪਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹੈ, ਸੋਈ ਕੌਤਕ ਹਾਰ। ਸੰਤਾਂ ਨੂੰ ਬੇਨਤੀ ਕੀਤੀ, ਮਹਾਰਾਜ ਤੋਤੇ ਦਾ ਪ੍ਰਸ਼ਨ ਆ। ਕਹਿੰਦੇ ਉਹਨੂੰ ਕਹੋ ਜੀਵਤ ਭਾ ਹੰਕਾਰ ਤੋਂ ਮਰ ਕੇ ਬੋਲ। ਸਾਹ ਘੜੀਸ ਲਿਆ, ਅੰਦਰ ਲੱਗ ਪਿਆ। ਘਰਦਿਆਂ ਨੇ ਕਿਹਾ ਸ਼ਾਇਦ ਮਰ ਗਿਆ। ਤੂੰ ਨਹੀਂ ਖਿੜਕੀ ਖੋਲੀ ਵੀ ਬਾਹਰ ਰੱਖੀ, ਹਵਾ ਲੱਗੂ ਸ਼ਾਇਦ ਚੇਤਨ ਕਲਾ ਆ ਜਾਏ। ਉਹ ਟੀਰੀ ਜੀ ਅੱਖ ਨਾਲ ਦੇਖਿਆ, ਉਹ ਡਾਰੀ ਮਾਰ ਗਿਆ। ਜਾਂਦਾ ਕਹਿ ਗਿਆ ਰਾਮ ਰਾਮ ਸਤ ਹੈ ਪਰ ਪੂੰਜੀ ਸੰਤਨ ਹੱਥ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ। ਇੱਕ ਤਾਂ ਜਾਂਦਾ ਮਾਰੇ ਖੁੱਲਦਾ ਹੁੰਦਾ ਨਾ ਚਾਬੀ ਨਾਲ, ਤੇ ਚੋਰ ਅਰਲ ਕੁੰਡਾ ਪੱਟਦਾ ਜਾਂ ਵੱਢ ਬੁੱਢ ਤੇ ਤਿਆਰੀਆਂ ਨਾਲ। ਪਰ ਉਹਦੇ 'ਚ ਫਿਰ ਕੁੱਟਮਾਰ ਵੀ ਹੁੰਦੀ ਚੋਰਾਂ ਦੀ, ਜੇ ਫੜੇ ਜਾਣ ਕਈ ਕੁਛ ਹੁੰਦਾ, ਕਈ ਕੁਛ ਹੋ ਜਾਂਦਾ। ਤਰੀਕਾ ਇਹ ਆ, ਜਾਂਦਾ ਕੁੰਜੀ ਨਾਲ ਲੱਗਦਾ ਤੇ ਕੁੰਜੀ ਨਾਲ ਖੁੱਲ੍ਹਦਾ। ਵਿਧੀ ਤਾਂ ਇਹ ਹੀ ਆ ਨਾ, ਹਰ ਚੀਜ਼ ਦਾ ਵਿਧੀ ਵਿਧਾਨ, ਹਰ ਚੀਜ਼ ਦਾ ਨਿਯਮ ਹੁੰਦਾ। ਕਹਿੰਦੇ ਇਸ ਤਰ੍ਹਾਂ ਮੌਲਵੀ ਜੀ ਉਹ ਵਿਆਪਕ ਹੈ। ਤੁਸੀਂ ਕਹਿੰਦੇ ਰੱਬਲ ਆਲਮੀਨ, ਜੇ ਰੱਬਲ ਆਲਮੀਨ ਸਾਰਿਆਂ ਵਿੱਚ ਹੈ ਤੇ ਜਿਹਨੂੰ ਤੁਸੀਂ ਕਾਫਰ ਕਹਿੰਦੇ ਉਹਨਾਂ 'ਚ ਹੈ ਨਹੀਂ। ਬਾਣੀ ਦਾ ਕਹਿੰਦੀ ਚੋਰ ਸਾਹਿਬ ਸਭ ਬ੍ਰਹਮ ਪਛਾਨੋ। ਜੇ ਵਿਆਪਕ ਹੈ ਤਾਂ ਫਿਰ ਸਾਰਿਆਂ 'ਚ ਹੀ ਹੈ। ਫਿਰ ਕਿਵੇਂ ਕਹਿ ਸਕਦੇ ਵੀ ਮੂਮਨਾਂ ਵਿੱਚ ਆ ਦੂਜਿਆਂ 'ਚ ਨਹੀਂ। ਹੁਣ ਤਾਂ ਉਹ ਕਹਿੰਦੇ ਵੀ ਧਰਤੀ ਉਹ ਸਲਾਮ ਦੀ ਦੂਜਾ ਰਹਿ ਨਹੀਂ ਸਕਦਾ। ਚਲੋ ਬੰਦਿਆਂ ਨੂੰ ਤਾਂ ਦੇਸ ਨਿਕਾਲਾ ਦਿਓਗੇ, ਊਠ ਆ, ਬੱਕਰੀਆਂ ਆ, ਘੋੜੇ ਆ, ਕੀੜੇ ਮਕੌੜੇ ਹੋਰ ਜਾਨਵਰ ਆ, ਉਹਨਾਂ ਦੀ ਸੁੰਨਤ ਕਰਕੇ ਕਿਵੇਂ ਮੁਸਲਮਾਨ ਬਣਾਓਗੇ? ਉਹਨਾਂ ਨੂੰ ਕਿੱਥੇ ਦੇਸ ਨਿਕਾਲਾ ਦਿਓਗੇ? ਬੰਦਿਆਂ ਨੂੰ ਤਾਂ ਦੇ ਦਿੱਤਾ ਵੀ ਨਿਕਲ ਜਾਓ ਇੱਥੋਂ, ਇਸਲਾਮੀ ਦੇ ਤੁਹਾਨੂੰ ਅਧਿਕਾਰ ਨਹੀਂ। ਜਿਹੜੀ ਬਾਕੀ 83 ਲੱਖ ਜੂਨਾਂ ਉਹਨਾਂ ਨੂੰ ਕਿੱਥੋਂ ਕੱਢੋਗੇ? ਸੂਖਸ਼ਮ ਸ੍ਰਿਸ਼ਟੀ ਬੜੀ ਹੈ, ਸੂਖਸ਼ਮ ਜੀਅ ਜੰਤ ਬੜੇ ਹੈ। ਪਰ ਇਨਸਾਨ ਨੂੰ ਪੜ੍ਹਾਈ ਇਸ ਤਰ੍ਹਾਂ ਦੀ ਕਰਾ ਦਿੱਤੀ ਗਈ, ਅੱਜ ਬੰਦੇ ਨੂੰ ਬਘਿਆੜਾਂ ਸ਼ੇਰਾਂ ਦਾ ਡਰ ਨਹੀਂ, ਬੰਦੇ ਨੂੰ ਬੰਦੇ ਤੋਂ ਡਰ ਪੈਦਾ ਹੋ ਗਿਆ। ਇਨਸਾਨ ਨਹੀਂ ਰਿਹਾ, ਦਰਿੰਦਾ ਬਣ ਗਿਆ। ਇੱਕ ਦੂਜੇ ਨੂੰ ਚੱਕ ਮਾਰਨੇ ਸ਼ੁਰੂ ਕਰਤੇ। ਇਨਸਾਨੀਅਤ ਲੋਪ ਹੁੰਦੀ ਜਾ ਰਹੀ ਹੈ। ਸਿਆਸੀ ਬੰਦੇ ਜਿਹੜੇ ਹੈ ਉਹ ਲੋਕਾਂ ਨੂੰ ਪਾੜ ਰਹੇ ਹੈ। ਡਿਵਾਈਡ ਐਂਡ ਰੂਲ, ਫੁੱਟ ਪਾਓ ਤੇ ਰਾਜ ਕਰੋ। ਕਿ ਜੇ ਇਹ ਲੋਕ ਅਕਲ ਵਾਲੇ ਰਹੇ ਤੇ ਸਾਨੂੰ ਮੂਰਖਾਂ ਨੂੰ ਕੌਣ ਪੁੱਛੇਗਾ? ਕਿਉਂ ਵੋਟਾਂ ਦੇ ਰਾਜ ਵਿੱਚ ਇੱਕ ਪਾਸੇ 30 ਬ੍ਰਹਮ ਗਿਆਨੀ ਆ, ਦੂਏ ਪਾਸੇ 35 ਹੈਗੇ ਆ ਅਗਿਆਨੀ। ਤੇ ਵੋਟਾਂ ਦੇ ਰਾਜ ਬ੍ਰਹਮ ਗਿਆਨੀ ਅੱਗੇ ਆ ਜਾਏਗਾ। ਫਿਰ ਇਸ ਤਰ੍ਹਾਂ ਦਾ ਹਾਲ ਆ ਜੋ ਤੁਹਾਡੇ ਸਾਹਮਣੇ ਬਣਿਆ। ਤੇ ਤੁਸੀਂ ਵੀ ਬਸ ਨਸ਼ਾ ਪੱਤਾ ਛੱਕ ਕੇ ਚਲੋ ਜੀ। ਉਸ ਵੇਲੇ ਸੋਚ ਲੈਣਾ
5 साल कुट खानी है, वो तुसीं विचार नहीं करते। जे विचार भी चलोगे आ जिहड़ी दशा इस वेले तुहाडी हो रही है ये ना होवे। गुरबाणी यही सानू दसदी है, बाणी नूं गुरु बनाया, किस चीज़ नूं गुरु बनाया? ज्ञान गुरु आत्म उपदेशो, ध्यान विभूत लगाओ, ज्ञान नूं गुरु बनाया। जे तो ज्ञान विचार लैके चलोगे तो मार नहीं खाओगे। पर हो की रहा? कबीर मन जानत सब बात, जानत ही औगन करे, काहे की कुशलात, हाथ दीप कुएं फिरै। दुनियावी विद्या दा बहुत इकट्ठी कर लई, परा ते अपरा भेदना दो तरह की विद्या, माया पदार्थ कमाउण वास्ते। पर जिहड़ी विद्या ने साडा अज्ञानता दा हनेरा करके सानू लोक परलोक दा रस्ता देना सी, वो गुरबाणी दा ज्ञान सी, उस तो असीं परे चले गए। आ जिहदे करके सारा संसार कलेश विच पिया होया। उदों तक पिया रहेगा जदों तक इस शब्द तो विचार लैके अध्यात्मवाद वल नहीं तुरदे। ये बाट लम्मी है, तुहाडी मर्जी है बाट नूं घटाउणा जां वधाउणा, ये तुहाडे हत्थ आ। बुद्ध नूं पुछया सी, महाराज तुसीं इन्ना उपदेश दिंदे आ, सारे बंदे सही बन जाते हैं? कहते पहला मेरे प्रश्न का उत्तर दे, ते तों कोई रास्ता पुछदा, तू सही रास्ता दसदा, वो सही दसन तो बाद गलत जाता, वो दोष किहदा? कहते जिन वचन नहीं मनिया गलत रास्ते तुरया। कहते मैं रास्ता दसदा, मैं मुक्ति दाता नहीं मार्ग दाता हाँ, मार्ग दस रहा। सूदे सूदे रेग चलो मत नतर तो को धक्का दबई हैरे। संत ने मार्ग दसना, जे तुसीं मार्ग लैके तुर पाओगे तुहाडी मंजिल मुक्केगी, मकाम ते पहुँच जाओगे। तो जे नहीं तुरते तुसीं कहो इन्ना चਿਰ ਅਸੀਂ डेरियां जाते रहे, संतां को जाते रहे, साडा कुछ नहीं बनया। तो संतां ने जिहड़ा वचन कहा सी वो मन्निया, गुरु महाराज ने जो वचन कहा सी वो मन्निया। पौड़ियां तो चार आ, हुण रागी भी कीर्तन करके गए हैं, तो संत शब्द की भी व्याख्या की। वो नारद जी घूमते से, एक प्रेमी बड़ी सेवा करता हुंदा सी, बहुत सेवा करनी। कहते भी सुना कोई चाहिदा? कहते महाराज पुत्र दी दात, गृहस्थियों नूं बड़ा यही हुंदा दुध पुत दा ही। कहते जा हो जूगा। वो फिर विष्णु जी को आ गया, कहते सुना नारद किधरों आया घूम घुमा के, कि तू टिकदा तो हुंदा नहीं एक जगह। अज भी जिहड़ा ज़्यादा इधर उधर उन्होंने नारद कह देंगे ना, कहते नारद बंदा है। क्यों मंडलेश्वर साहब नारद कहते ना, ये भी नारद आ। जिहड़ा नरद वांग घूमी जाए, नरद हुंदी ना जिले पासा खेली दा, वो नरद टिकदी नहीं ना एक जगह, जिथे टेके फिर गल बन गई। वो साध संगत जी कहते तू बचन तो दे आया, उहदे पुत्र नहीं होना। विष्णु कहता तैनू अड़ामा आएगा, संत झूठ बोलता है, तू पहले सोचना सी जां मैनू पुछ लैंदा। कहते हुण किवें करां? कहते हुण जाके तू करिया जिवें हुंदी, आ गया। कहते महाराज मैं वचन लिया वापस, तेरे पुत नहीं होना। पहला तो लारा ला के खुश करता ना, जे लिहा के तो 100 घड़ा पानी दे बीबी का भी पै गया, उहदे भी पै गया। कहते चंगा नारद बंदा, तां ही कहते सी तू शैतानी करदा, शैतान दा मुसलमान शैतान कहते, आपां नारद कह दिंदे आ। गल एको ही, वो अपनी सेवा तो हटिया ना। एक तपस्वी महापुरख आ गया, बड़े बीतराग जोगदर्शन है, बीतराग विषय चित्तम, जिहदे मन चों सारा राग मोह बकार बीत जाण, खत्म हो जाण, वो ही बीतराग गया। दुनिया का राग ही खत्म हो गया, परमात्मा का बराग पैदा हो गया। मन बैरागे की खोजती दरसार इत्थे पहुँच गए। वो साध संगत जी सेवा करता रहा, बहुत सेवा की संगत की भी महापुरखों की। कहते भगता की चाहना? कहते महाराज चाहना चुहना की है? पुत्र की इच्छा। क्यों गृहस्थी जड़े भावें सिवियां च फूक भी दिओ, सुआह चों भी पुत की भावना नहीं जाती, ये मिटदी नहीं। ये लालसा ऐसी होंगी गृहस्थियां। वो साध संगत जी जिले ऐसा होया ना, वो कहते जा, उहदे 3 पुत्र हो गए। जिले 3 पुत्र हो गए, नारद आ गया, ये बच्चे की थे? ये महाराज
ਆਪਣੇ ਹੀ ਆ। ਕਹਿੰਦੇ ਤੇਰੇ ਤਾਂ ਹੈ ਨਾ, ਕਿੱਥੋਂ ਮਿਲੇ ਆ? ਕਹਿੰਦੇ ਸੰਤਾਂ ਨੇ ਬਚਨ ਕੀਤਾ। ਤੇ ਨਾਰਦਾ ਤਾਂ 100 ਘੜਾ ਪਾਣੀ ਦਾ ਡਿੱਪਿਆ ਵੀ ਮੈਨੂੰ ਲੋਕ ਕਹਿੰਦੇ ਮੈਂ ਤਾਂ ਸੰਤ ਨਹੀਂ। ਉਹ ਸੰਤ ਕਿਹੜਾ ਜਿਹਦੇ ਬਚਨ 3 ਹੋ ਗਏ। ਵਿਸ਼ਨੂੰ ਵੀ ਟਾਲਾ ਵੱਟ ਗਿਆ, ਮੈਂ ਵੀ। ਉਹ ਕਹਿੰਦਾ ਚਲੋ ਵਿਸ਼ਨੂੰ ਕੋ ਚੱਲਦੇ, ਤੂੰ ਤਾਂ ਕਹਿੰਦਾ ਅਸੀਂ ਹੈ ਨਹੀਂ, ਭਗਵਾਨ ਬਣਿਆ ਫਿਰਦਾ। ਉਹਦੇ 3 ਆ। ਵਿਸ਼ਨੂੰ ਨੇ ਅੱਖਾਂ ਮੀਟ ਲਈਆਂ, ਕਹਿੰਦਾ ਨਾਰਦ ਜੀ ਮੈਨੂੰ ਤਾਂ ਬੁਖਾਰ ਚੜ੍ਹਿਆ ਹੋਇਆ, ਬਿਮਾਰ ਆ। ਜਦੋਂ ਬਿਮਾਰ ਹੋਵੇ ਬੰਦਾ ਗੱਲ ਫਿਰ ਦੂਈ ਪੁੱਛਦਾ ਨਹੀਂ ਨਾ ਹੁੰਦਾ। ਵਿਸ਼ਨੂੰ ਵੀ ਮਸਲਾ ਹੋ ਗਿਆ, ਕਹਿੰਦਾ ਮੈਂ ਬਿਮਾਰ ਆ। ਨਾਰਦ ਨੂੰ ਹੋਰ ਪਾਸੇ ਪਾ ਲਿਆ। ਜਿਲੇ ਫਿਰ ਕਿਤੇ ਗਿਆ ਮਹਾਰਾਜ, ਕਹਿੰਦੇ ਫੇਰ ਗੱਲ ਦਾ ਉੱਤਰ ਦਊਂਗਾ, ਮੈਨੂੰ ਕਿਸੇ ਮਨੁੱਖ ਦਾ ਕਾਲਜਾ ਕੱਢ ਕੇ ਲਿਆ ਕੇ ਦੇ। ਨਾਰਦ ਸਵਰਗ ਜਾ ਵੜਿਆ, ਇੰਦਰ ਆਓ ਮਹਾਰਾਜ, ਮੁਨੀ ਜੀ ਮਹਾਰਾਜ ਲਿਆਓ ਉਰਵਸ਼ੀ ਨੂੰ, ਚਰਨ ਧੋਵੋ ਇਹਨਾਂ ਦੇ, ਸੇਵਾ ਕਰੋ, ਫੁੱਲਾਨਾ ਬੈੱਡ ਵਿਛਾਓ, ਫੁੱਲਾਂ ਦੀ ਮਾਲਾ, ਸਤਿਕਾਰ ਪਿਆਰ ਕਰੋ ਬਹੁਤ। ਕਹਿੰਦੇ ਨਹੀਂ ਮਹਾਰਾਜ ਮੈਂ ਅੱਜ ਇਸ ਕੰਮ ਲਈ ਨਹੀਂ ਆਇਆ। ਵਿਸ਼ਨੂੰ ਨੇ ਕਾਲਜਾ ਮੰਗਿਆ, ਆ ਇੰਨੇ ਦੇਵਤੇ ਇੰਨੀਆਂ ਪਛਰੇ ਇੱਕ ਕਾਲਜਾ ਦੇ ਦਿਓ। ਕਹਿੰਦੇ ਮਹਾਰਾਜ ਇਹ ਤਾਂ ਨਹੀਂ ਦੇ ਸਕਦੇ, ਜੇ ਕਾਲਜਾ ਦੇਤਾ ਤਾਂ ਸਾਡਾ ਤਾਂ ਸਵਰਗ ਗਿਆ ਆ। ਜੀਣੇ ਦੇ ਨਾਲ ਹੀ ਸਵਰਗ ਆ, ਮਰ ਗਿਆ ਫੇਰ ਸਵਰਗ ਜ਼ਰੂਰ ਕਾਹਦਾ। ਪਤਾਲ ਚਲੇ ਗਿਆ, ਉੱਥੇ ਵੀ ਮਾਤ ਲੋਕ ਸਭ ਭੱਜ ਗਏ। ਫਿਰ ਫਿਰਦਾ ਫਿਰਾਉਂਦਾ ਜੇ ਸੰਤ ਨੇ ਬੱਚੇ ਦਿੱਤੇ ਸੀ ਉੱਥੇ ਕਿਤੇ ਆ ਗਿਆ। ਕਹਿੰਦੇ ਆਓ ਮੁਨੀ ਜੀ ਕਿਵੇਂ ਆਏ? ਕਹਿੰਦੇ ਜੀ ਬੈਕੁੰਠ ਧਾਮ ਗਿਆ ਸੀ, ਭਗਵਾਨ ਨੇ ਕਾਲਜਾ ਮੰਗਿਆ। ਕਹਿੰਦੇ ਅੱਛਾ ਮੈਂ ਆਪੇ ਚਲੇ ਜਾਣਾ। ਉਹ ਚਲੇ ਗਏ। ਕਹਿੰਦੇ ਮਾਰਾ ਰੋਮ ਰੋਮ ਹੈ ਹੀ ਤੁਹਾਡਾ, ਚਾਹੇ ਕਾਲਜਾ ਲੈ ਲਓ, ਸਿਰ ਲੈ ਲਓ, ਲੱਤਾਂ ਬਾਹਾਂ ਲੈ ਲਓ, ਸਰੀਰ ਲੈ ਲਓ, ਜੋ ਮਰਜ਼ੀ ਲੈ ਲਓ। ਕਹਿੰਦੇ ਜਿਹੜਾ ਇਹ ਜਿਹਾ ਸੰਤ ਆ ਉਹਦਾ ਬਚਨ ਮੈਂ ਵੀ ਨਹੀਂ ਮੋੜ ਸਕਦਾ। ਉਹ ਨਾਰਦਾ ਕਾਲਜਾ ਤੇਰੇ ਕੋ ਵੀ ਸੀ, ਤੂੰ ਵੀ ਨਹੀਂ ਦੇ ਸਕਿਆ। ਰੋਜ਼ ਬੀਣਾ ਲੈ ਕੇ ਵਜਾਉਂਦਾ ਫਿਰਦਾ, ਬੈਕੁੰਠ 'ਚ ਕੀਰਤਨ ਕਰਦਾ, ਹਰ ਥਾਂ ਘੁੰਮਦਾ ਫਿਰਦਾ। ਕਾਲਜਾ ਤੇਰੇ ਕੋ ਸੀ, ਤੂੰ ਕਿਹਾ ਭਗਵਾਨ ਕਾਲਜਾ ਲੈ ਲਓ। ਕਦੀ ਸਵਰਗ ਜਾਣਾ, ਕਦੀ ਪਤਾਲ ਜਾਣਾ, ਕਦੀ ਮਾਤ ਲੋਕ ਜਾਣਾ, ਤੂੰ ਆਪਣੇ ਕਾਲਜਾ ਦੇ ਦਿੰਦਾ। ਕਹਿੰਦੇ ਜਿਹੜਾ ਮੈਨੂੰ ਆਪਣਾ ਕਾਲਜਾ ਦੇ ਦਿੰਦਾ ਉਹਦਾ ਬਚਨ ਨਹੀਂ ਮੈਂ ਮੋੜ ਸਕਦਾ। ਨਾਰਦ ਨੂੰ ਪਤਾ ਲੱਗ ਗਿਆ ਕਿ ਸੰਤ ਦੀ ਤਾਕਤ ਕਿੱਡੀ ਹੁੰਦੀ ਹੈ। ਇਹਨੂੰ ਕਹਿੰਦੇ ਸੰਤ ਅਨੰਤ ਹੈ, ਅੰਤਰ ਨਾਹੀਂ। ਇਹ 3 ਅੱਖਰਾਂ ਤੋਂ ਬਣਿਆ, ਸੱਸਾ ਨੰਨਾ ਤੇ ਤੱਤਾ। ਤਾ ਜਿਹਦੇ ਤਮੋ ਗੁਣ ਨਾਨਤਬ ਗੁਣਾ ਨਹੀਂ, ਔਰ ਜਿਨ ਆਪਣੇ ਆਪ ਨੂੰ ਸ਼ਾਂਤ ਕਰ ਲਿਆ ਉਹਦਾ ਨਾਮ ਸੰਤ ਆ। ਸ਼ਾਂਤ ਤਤੀ ਤਵੀ ਤੇ ਬੈਠੇ ਮਹਾਰਾਜ। ਭਾਈ ਮਨੀ ਸਿੰਘ ਬੰਦ ਘੱਟ ਹੋ ਰਿਹਾ, ਮਤੀ ਦਾ ਹਦਿਆਰਾ ਫਿਰ ਰਿਹਾ, ਦਿਆਲਾ ਉਬਲ ਰਿਹਾ, ਬੰਦੇ ਦਾ ਜਬੂਰਾ ਨਾਲ ਮਾਸ ਨੋਚ ਹੋ ਰਿਹਾ। ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਮੇਰਾ ਸਿਰ ਜਾਏ ਤਾਂ ਜਾਏ ਸਿੱਖੀ ਸੇ ਦਿਨ ਜਾਏ। ਇਹ ਸੰਤ ਦੀ ਅਵਸਥਾ, ਸੰਤ ਦੀ। ਅਮਰਪਾਲੀ ਇੱਕ ਬੇਸਵਾ ਸੰਤ ਭਿਖਿਆ ਨੂੰ ਗਿਆ। ਹੁਣ ਜਿਹੜਾ ਭਜਨ ਕਰਦਾ ਉਹਦੇ ਚਿਹਰੇ 'ਤੇ ਨੂਰ ਤਾਂ ਹੁੰਦਾ ਹੀ ਆ। ਉਹ ਬੇਸਵਾ ਦੇ ਮਨ 'ਚ ਸੰਤ ਪ੍ਰਤੀ ਕੋਈ ਗਲਤ ਭਾਵ ਹੋ ਗਿਆ। ਉਸ ਨੇ ਉੱਤੇ ਆਪਣੇ ਡੋਰੇ ਪਾਉਣੇ ਸ਼ੁਰੂ ਕੀਤੇ। ਸੰਤ ਪਹੁੰਚਿਆ ਸੀ, ਉਹ ਕਹਿੰਦਾ ਦੇਵੀ ਅਭੀ ਤੁਮਕੋ ਹਮਾਰੀ ਜ਼ਰੂਰਤ ਨਹੀਂ, ਜਦੋਂ ਜ਼ਰੂਰਤ ਹੋਏਗੀ ਫਿਰ ਆਵਾਂਗਾ। ਉਹ ਆਪਣਾ ਮਨੋਰੰਜਨ ਕਰਦੀ ਰਹੀ। ਬਸ ਉਹਨੂੰ ਫਿਰ ਕੋੜ ਹੋ ਗਿਆ। ਜਦੋਂ ਕੋੜ ਹੋ ਗਿਆ ਰਾਜੇ ਨੇ ਕਿਹਾ ਦੇਸ ਨਿਕਾਲਾ ਦੇ ਦਿਓ। ਦੇਸ ਨਿਕਾਲਾ ਦੇ ਦਿੱਤਾ। ਇਹਦੇ ਦੁਆਰਾ ਛੂਤ ਦੀ ਬਿਮਾਰੀ ਸਾਰੇ ਨਾਲ ਫੈਲ ਜਾਏ, ਇਹਨੂੰ ਖਾਣ ਪੀਣ ਨੂੰ ਕੁਝ ਨਾ ਦਿਓ, ਮਰ ਜਾਊਗੀ, ਨਾਲੇ ਕੋੜ ਮਰ ਜਾਊਗਾ। ਜੰਗਲ ਛੱਡ ਗਿਆ। ਹੁਣ ਉੱਥੇ ਬਿਲਕਦੀ ਹੈ। ਪਹਿਲਾਂ ਹੁਣ ਬੜੇ ਆਨੰਦ ਭੋਗ ਭੋਗੇ, ਮਾਇਆ ਦੇ ਐਸ਼ ਵਰਜ ਲੁੱਟੇ, ਪਰ ਜਦੋਂ ਮਹਾਰਾਜ ਕਹਿੰਦੇ ਜੋ ਪੱਕਾ ਰੋਗੀ ਬਿਲ ਲਾਏ, ਇਹ ਕੌਣ ਨੇੜੇ ਆਉਂਦਾ? ਤੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਹੀ ਹੈ ਜਿਹਨੇ ਜਾ ਕੇ ਜਿਉ ਤਪਤ ਹੈ ਬਾਰੋ ਬਾਰ, ਕੋੜੀਆਂ ਦੇ ਕੋੜ ਆ ਤਰਨ ਤਾਰਨ ਕੋੜੀਆਂ ਦੇ ਕੋੜ ਹਟ ਰਹੇ। ਵਰ ਦੇ ਗਏ ਪਾਤਸ਼ਾਹ ਧੰਨ ਗੁਰੂ ਅਰਜਨ, ਕੋੜਿਆਂ ਦੀ ਬਸਤੀ ਵਸਾਈ, ਨਮਾਣਿਆਂ ਦੀ ਬਸਤੀ। ਕੋੜਿਆਂ ਦੀ ਨਹੀਂ ਕਿਹਾ ਵੀ ਦਿਲ ਦੁੱਖ ਹੋਊਗਾ। ਕੋੜਿਆਂ ਨੇ ਕਿਹਾ ਮਹਾਰਾਜ ਹੁਣ ਤਾਂ ਤੁਸੀਂ ਦ੍ਰਿਸ਼ਟੀ ਪਾਉਣੇ ਰਾਜੀ ਹੁੰਦੇ ਆ,
ਤੁਸੀਂ ਸ਼ਹੀਦੀ ਦੇਣ ਤੁਰ ਪਏ। ਫਿਰ ਕਹਿੰਦੇ ਜਿਹੜੇ 14 ਨਹਾਵੇਗਾ ਤਰਨ ਤਾਰਨ ਅਮਾਵਸ ਅੰਮ੍ਰਿਤਸਰ ਉਹਦਾ ਕੋਢ ਹਟ ਜੂ। ਵਰ ਦੇਗਾ ਮਹਾਰਾਜ। ਪਾਣੀ 'ਚ ਵੀ ਸ਼ਕਤੀ ਹੈ, ਸਭ ਨੂੰ ਗ੍ਰਹੀਤਾ ਸ਼ਕਤੀ ਪਾਣੀ ਵਿੱਚ ਹੈ। ਗਿੱਲਾ ਹੱਥ ਲਾ ਤੇ ਬਿਜਲੀ ਕਰੰਟ ਮਾਰਦੀ ਹੈ, ਮਾਰਦੀ ਕਿ ਨਹੀਂ? ਪਾਣੀ ਵਿੱਚ ਤਾਕਤ ਹੈ। ਕਹਿੰਦੇ ਜਲ ਵਿੱਚ ਕੀ ਪਿਆ ਹੋਇਆ। ਆ ਪ੍ਰਚਾਰਕ ਅੱਜ ਕੱਲ੍ਹ ਉੱਠੇ ਆ ਹੁਣ, ਹਰ ਕੀ ਪੌੜੀ ਔਰ ਦੁੱਖ ਭੰਜਨੀ ਬੇਰੀ, ਉੱਥੇ ਪਾਮ ਵਾਲਾ, ਉੱਥੇ ਫਲਵਹਿਰੀ ਵਾਲਾ, ਉੱਥੇ ਕੋੜ ਵਾਲਾ ਨਹਾ ਰਿਹਾ। ਡਾਕਟਰ ਜਾਂ ਸਾਹਨ ਦੇਖੋ ਕਹਿੰਦੇ ਪਾਗਲ ਹੈ, ਕੀ ਕਰਦੇ? ਪਰ ਅੱਜ ਤੇ ਕਿਸੇ ਨੂੰ ਛੂਤ ਚਿੰਬੜੀ ਉੱਥੇ। ਉਹ ਅੰਮ੍ਰਿਤ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸੰਤ ਸਰੋਵਰ ਨਹਾਵੈ ਸੋ ਜਨ ਪਰਮ ਗਤ। ਹੁਣ ਕਹਿੰਦੇ ਸੰਤ ਅਖਰੇ ਹੈ ਨਹੀਂ ਗੁਰੂ ਗ੍ਰੰਥ ਸਾਹਿਬ। ਆ ਨਵੇਂ ਉੱਠੇ ਹੈ। ਗੁਰੂ ਗ੍ਰੰਥ ਸਾਹਿਬ ਸੰਤ ਸ਼ਬਦ ਦਾ ਐਡਾ ਵੱਡਾ ਕੋਸ਼ ਹੈ। ਦੁਨੀਆ 'ਤੇ ਕੋਈ ਵੀ ਐਸਾ ਗ੍ਰੰਥ ਨਹੀਂ ਜਿਹਦੇ 'ਚ ਇੰਨਾ ਸੰਤ ਸ਼ਬਦ ਨੂੰ ਸੰਭਾਲਿਆ ਹੋਵੇ। ਇਹਦੇ 'ਚ ਸੰਤ ਸ਼ਬਦ ਦੇ ਵਿਅਕਤੀਗਤ ਨਾਂ ਲਿਖੇ ਆ। ਇੱਕ ਤਾਂ ਸੰਤ ਆ ਜਨਰਲ ਸ਼ਬਦ ਆ, ਦਰਬਾਸ਼ਾ ਸੋ ਕਰਤ ਠਗੌਰੀ ਜਦ ਵੇ ਫਲ ਪਾਏ, ਆ ਨਾਂ ਲਿਖਿਆ ਹੋਇਆ। ਅੰਗਰੈ ਰਿਸ਼ੀ ਦਾ ਨਾਂ ਲਿਖਿਆ ਹੋਇਆ। ਕਰਮ ਕਰ ਖਾਰ ਮਫੀਟ ਸ੍ਰੀ, 2.5 ਚੂੜਿਆਂ ਨੇ ਅਗਸਤ ਮੁਨੀ ਪੀਤਾ, ਚੀਤੇ ਨਾ ਕੱਢਿਆ, ਖਾਰਾ ਬਣਿਆ। ਅਗਸਤ ਮੁਨੀ ਦਾ ਨਾਂ ਲਿਖਿਆ ਹੋਇਆ। ਬਾਲਮੀਕੇ ਹੋਇਆ ਸਾਧ ਸੰਗ, ਧਰੂ ਕੋ ਮਿਲਿਆ ਹਰਨ ਸੰਗ। ਦੂਰਬਾ ਪੁਰੁਰੈ ਅੰਗਰੈ, ਰਿਸ਼ੀਆਂ ਦੇ ਨਾਂ ਲਿਖੇ ਹੋਏ ਆ। ਇਹ ਕਹਿੰਦੇ ਸੰਤ ਅੱਖਰ ਨਹੀਂ, ਵਿਅਕਤੀਗਤ ਸੰਤਾਂ ਦੇ ਨਾਂ 'ਚ ਲਿਖੇ ਆ। ਸਤਯੁਗ ਦੇ ਸੀ, ਤ੍ਰੇਤੇ ਦੇ ਸੀ, ਦੁਆਪਰ ਦੇ ਸੀ, ਕਲਯੁਗ ਦੇ ਸੀ। ਮਹਾਰਾਜ ਤੇ ਉਹਨਾਂ ਸੰਤਾਂ ਨੂੰ ਇਹਨਾਂ ਸੰਭਾਲ ਕੇ ਰੱਖਿਆ, ਕਮਾਈ ਵਾਲਿਆਂ ਨੂੰ। ਪਰ ਵਿਆਖਿਆ ਸੁਣਨੀ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਸਾਡਾ ਸਾਰਿਆਂ ਦਾ ਪਿਤਾ ਹੈ। ਇੱਕ ਓਂਤਰਾ ਹੁੰਦਾ, ਇੱਕ ਸੌਂਤਰਾ ਹੁੰਦਾ। ਜਿਹੜਾ ਓਂਤਰਾ ਹੁੰਦਾ ਕੌਣ ਹੁੰਦਾ? ਬੀਬੀ ਉਹ ਅੰਤਰਾ ਭਾਈਓ ਦੱਸੋ, ਜਿਹਦੇ ਔਲਾਦ ਨਾ ਹੋਵੇ ਉਹਨੂੰ ਓਂਤਰਾ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਸੌਂਤਰਿਆ ਕਿ ਓਂਤਰਿਆ? ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੰਤ ਆ। ਡਾਕਟਰ ਬਣਾਉਂਦਾ, ਲੀਡਰ ਬਣਾਉਂਦਾ, ਚੋਰ ਬਣਾ ਦਿੰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਸੰਤ ਪੁਣਾ ਕੋਲ ਰਿਜ਼ਰਵ ਰੱਖਿਆ। ਅੱਜ ਤੇ ਕਿਸੇ ਨੂੰ ਸੰਤ ਨਹੀਂ ਬਣਾਇਆ। ਮਹਾਰਾਜ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ। ਕੋੜੇ ਤੇ ਦ੍ਰਿਸ਼ਟੀ ਪਾਤੀ, ਸੱਜਣ ਠੱਗ ਤੇ ਪਾਤੀ, ਭੂਮੀਏ ਚੋਰ ਤੇ ਪਾਤੀ, ਲਖੂ ਧਾੜਵੀ ਤੇ ਪਾਤੀ, ਵਿਧੀ ਚੰਦ ਤੇ ਪਾਤੀ। ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਣਾ ਕੇ ਰੱਖ ਦਿੱਤਾ। ਇਹ ਸੰਤ ਕੌਣ ਬਣਾਉਂਦਾ ਹੈ? ਗੁਰਬਾਣੀ ਬਣਾਉਂਦੀ ਹੈ, ਗੁਰੂ ਸਾਹਿਬ ਬਣਾਉਂਦੇ ਹਨ। ਸੋ ਇਸ ਕਰਕੇ ਸਾਧ ਸੰਗਤ ਜੀ, ਜਿਹੜੇ ਹੁਣ ਕੋੜੀ ਹੋਈ ਬਿਲਕਦੀ ਹੈ, ਸੰਤ ਆ ਗਿਆ, ਰੋਣ ਦੀ ਆਵਾਜ਼, ਮਾਤਾ ਜੀ ਮੈਂ ਆ ਗਿਆ। ਸਾਰੇ ਕੋਟ ਦੇ ਜ਼ਖਮ ਸਾਫ਼ ਕੀਤੇ, ਮਲਮ ਪੱਟੀ ਕੀਤੀ, ਖਾਣ ਲਈ ਭੋਜਨ ਜਲ ਪਾਣੀ ਤੰਦਰੁਸਤ ਕਰਤਾ। ਜਾਓ ਦੇਵੀ ਜਿੱਥੇ ਮਰਜੀ। ਕਹਿੰਦੇ ਹੁਣ ਕਿੱਥੇ ਜਾਣਾ? ਹੁਣ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ ਹੀ। ਸੰਤ ਵਿੱਚ ਇਹ ਤਾਕਤ ਹੈ। ਕਹਿੰਦੇ ਹੁਣ ਤੈਨੂੰ ਲੋੜ ਸੀ ਕਿਉਂਕਿ ਤੂੰ ਬਿਮਾਰ ਸੀ। ਉਦੋਂ ਮੈਨੂੰ ਤੂੰ ਬਿਮਾਰ ਕਰਨਾ ਚਾਹੁੰਦੀ ਸੀ, ਆਪਣੇ ਡੋਰੇ ਪਾ ਕੇ, ਬਕਾਰੀ ਬਣਾ ਕੇ। ਪਰ ਮੇਰਾ ਗੁਰੂ ਸਮਰੱਥ ਸੀ, ਜਿਨ ਮੈਨੂੰ ਬਕਾਰੀ ਨਹੀਂ ਹੁਣ ਤਾਂ ਮੇਰਾ ਸਦਾਚਾਰ ਕਾਇਮ ਰੱਖਿਆ। ਅੱਜ ਉਹਨਾਂ ਬਕਾਰਾਂ ਨੇ ਤੇਰੀ ਦੇਹ ਗਾਲ ਦਿੱਤੀ, ਤੈਨੂੰ ਅੱਜ ਲੋੜ ਪਈ। ਸੰਤ ਹੀ ਬਕਾਰੀ ਗਲਿਆਂ ਸੜਿਆਂ ਨੂੰ ਸੁੱਧ ਕਰ ਸਕਦਾ। ਇਹ ਸ਼ਕਤੀ ਸੰਤ ਵਿੱਚ ਹੈ, ਇਹ ਮਹਾਂਪੁਰਖਾਂ ਵਿੱਚ ਹੈ। ਅੱਜ ਬੜੀ ਖੁਸ਼ੀ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਹਜ਼ੂਰ ਸਾਹਿਬ ਵੀ ਉੱਥੇ ਗਏ ਜਦੋਂ 300 ਸਾਲਾ ਸੀ, ਤੇ ਸਿੰਘ ਸਾਹਿਬ ਕਹਿੰਦੇ ਬਾਬਾ ਜੀ ਕਥਾ ਤੋਂ ਆਰੰਭ ਕਰਾਉਣੀ ਹੈ। ਕਥਾ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਾਰੇ ਜਥੇਬੰਦੀਆਂ ਮੁਖੀ ਪ੍ਰਧਾਨ ਜੱਫੀ ਪਾ ਲਏ। ਕਹਿੰਦੇ ਬਾਬਾ ਜੀ ਆ ਜਿਹੜੀ ਕਥਾ ਕੀਤੀ ਜੇ ਮੰਨ ਲਈਏ, ਸਾਰੀ ਕੌਮ ਕੀ ਸਾਰੀ ਦੁਨੀਆ ਦਾ ਭਲਾ ਹੋ ਜਾਏ। ਕਥਾ ਕੀਤੀ ਨਹੀਂ ਜਾਂਦੀ, ਕਥਾ ਕਰਾਉਂਦੇ ਆ। ਇੱਕ ਕਹਾਣੀ ਹੁੰਦੀ, ਉਹ ਲੌਕਿਕ ਹੁੰਦੀ ਹੈ।
कथा परमार्थक हुंदी है। कामिनी कादर, कामिनी कुदरत, थामिनी इस्तत। जिहड़ा कादर अपनी कुदरत विच इस्तत है उहदे बारे बयान करके जिहड़ा दस्सिया जाए उहदा नाम कथा है। कथड़ियाँ संता ते सिखाऊ पंधिया। अज कितनी खुशी है, मंडलेश्वर जी बैठे है, संत मंडली बैठी है, श्री मंत साहब तुहाडे दर्शन दे रहा है, आप पातशाह विराजमान हैं। बैकुंठ नगर जहाँ संत बासा, जिथे महापुरख बहिंदे उही बैकुंठ नगरी, वो आकाश थोड़ी टंगिया होया। कहो कबीरे कहिए काहे साध संगत बैकुंठ है आहे। ये बैकुंठ धाम है। अज मैनू बड़ी खुशी है, आम जाईदा कथा वार्ता करी दियाँ। अज श्रीमान साहब सारी संत मंडली, अज मैनू बड़ी प्रसन्नता है कि मैं अपने समाज विच भी बोल रहा हूँ, साधु भेख विच, संगतां विच। सो सच्चे पातशाह किरपा करन। ये बड़ा पवित्र सुभागा समा मिलिया, क्योंकि समागम बहुत है गया, पर संतां दा समागम किते किते मिलदा है। क्योंकि महाराज कहंदे ना, 60 सुधरे सत संगत पाई, पारस पारस कुतात सुहाई। तुलसीदास। पारस ना धातां तब्दील हो जानियां, 60 मूर्ख संतां दी संगत नाल बदल जांदा। संतां दी संगत ऐसी है, संगत करिए साध की बंदियों करे खदा, लोहा कंचन होता है पारस संग मलाए। पर पारस सोना तो बना दूंगा, पारस अपना रूप नहीं। संत जड़ा अपना रूप, जिथे जांदा किन्ना। कुमारा एक नगर गए, कोई सेवा नहीं, कहते बसदे रहो, टके रहो। अगे क्या बड़ी सेवा, छापुरियो सुनते कि नहीं? सेवा महाराज कहते उजड़ जाओ। मर्दाने कहते महाराज तुहाडी भी समझ नहीं आती, जिन्हें सेवा नहीं की, टेढ़ियां पेढ़ियां गल्लां करते रहे, बसते रहो, टके रहो। जिन्हें नहीं सेवा उजड़ जाओ, ये की गल? महाराज कहते ये टके रहने चंगा, एक जगह जामराज, एक जगह तो फड़ लो इन्हों, नहीं तो लजने पैणगे खिलर गए तो एक जगह धुन फड़ के लै जाओ, जामा नूं मौज रहूगी। आ जड़े साधु संगी आ ना, ये जिथे जाणगे सारे प्रेमी पैदा कर देंगे। प्रेमी श्रद्धालु बंदे, नाम भजन वाले बंदे। अज तुसीं आए हैं, वैसे तो सारे सियाणे हैं, महापुरखां की संगत करते हैं, फिर भी गुरु नानक साहब का प्रसाद लै जाओ। महाराज ने 13-13 तोलियां अपने नितनेम तो अलहदा 13-13 जपजी साहब रोज़ करो 40 दिन लिए, ਜਾਂ 13 वाला मूल मंत्र दियाँ कर लियो। ਜਿਹੜੇ ਗੂਠਾ ਛਾ ਪਿਆ ਉਹ ਸਤਿਨਾਮ ਵਾਹਿਗੁਰੂ ਦੀਆਂ ਜਿੰਨੀਆਂ ਕਿ ਫਿਰਦੀਆਂ ਫੇਰ ਲਿਓ। ਪਰ ਅੱਜ ਕੱਲ੍ਹ ਗੂਠਾ ਛਾਪ ਤਾਂ ਘਟੇ ਹੀ ਹਨ, ਹੁਣ ਤਾਂ ਜ਼ਿਆਦਾ ਪੜਾਕੂ ਜ਼ਿਆਦੇ ਆ। ਪਰ ਪੜ੍ਹੇ ਅੱਜ ਕੱਲ੍ਹ ਇਸ ਤਰ੍ਹਾਂ ਹੀ ਆ ਨਾ, ਉਹ ਬੇੜੀ 'ਚ ਪਾਰ ਹੋਣਾ ਸੀ ਪੜਾਕੂਆਂ ਨੇ। ਇੱਕ ਇੰਜੀਨੀਅਰ, ਇੱਕ ਡਾਕਟਰ, ਇੱਕ ਫਿਲਾਸਫਰ, ਇੱਕ ਸਾਇੰਸਦਾਨ। ਉਹ ਕਹਿਣ ਲੱਗੇ ਮਲਾਹ ਨੂੰ, ਮਹਾਰਾਜ ਕਿੰਨਾ ਕੁ ਪੜ੍ਹੇ ਆ? ਗੁਰਮੁਖੀ ਪੜ੍ਹੇ? ਕਹਿੰਦੇ ਨਹੀਂ। हिंदी पढ़े? नहीं। अंग्रेजी पढ़े? नहीं। कहते तेरा तो जीवन ही निसफल है, 12 आने निसफल है, कोई विद्या भी नहीं पढ़ी। वो दरिया च महाराज कपर पैन लग पाया। कहते महाराज मैं तो अनपढ़ हाँ, 12 आने निसफल है, मेरा जीवन सर्टिफिकेट देता तुसीं पढ़ाकूआं ने, भी हुण बेड़ी किवें पार लगूगी ये दसो। कहते मैं कोठी का नक्शा तो दस दूँ, डॉक्टर टीका गोली आ दस दूँ, साइंसदान आ परमाणु फलाना तो मकड़ा दस दूँ, ये तो नहीं। कहता लो फिर चप्पू लगा जोड़ना, मारे अरदास की परमार्थ प्रार्थना पुरुषार्थ। कहते एवं बेड़ी पार लगती है। तुसीं तां 12 ने, तुहाडा 16 नहीं निसफल। पढ़दा पढ़दा पढ़ गया चारे बेद, हिरदे एक नो उपजी रहा ढेड दा ढेड। वो बंबे कोई कानफ्रेंस सी ते पढ़ाकू चल पे, साडे कोल तां नक्शा अगे आ गया चराहा, पता नहीं जाना किधर।
ਉੱਥੇ ਭੇਡਾਂ ਦਾ ਚਰਵਾਹਾ। ਕਹਿੰਦੇ ਵੀ ਤੇਰੇ ਤਾਂ ਮਜ਼ਦੂਰ ਆਖਦੇ ਨੇ ਨਾਲ ਚੱਲ, ਇਲਾਕੇ ਦਾ ਵਾਕਫ ਸੀ, ਉਹ ਛੱਡਿਆ ਤਾਂ ਉਹਨਾਂ ਦੀ ਵਿੱਦਿਆ ਫੇਲ ਹੋ ਗਈ। ਭੇਦੀ ਲੀਨਾ ਸਾਥ ਕਰ, ਦੀਨੇ ਵਸਤ ਲਿਖਾਏ, ਕੋਟ ਜਨਮ ਕਾ ਪਥ ਥਾ ਖਿਣ ਮੈਂ ਪਹੁੰਚਿਆ ਜਾਏ। ਜਿੰਨਾ ਚਿਰ ਕਿਸੇ ਰਸਤੇ ਦਾ ਮਹਿਰਮ ਨਹੀਂ ਲੈਂਦੇ ਤੇ ਦੁਨਿਆਵੀ ਕਿਤਾਬਾਂ ਵੀ ਉੱਥੇ ਨਹੀਂ ਪਹੁੰਚਾ ਸਕਦੀਆਂ। ਉੱਥੇ ਪਹੁੰਚਣ ਵਾਸਤੇ ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿੱਝ ਦੀ ਖੀਰ ਮੀਆਂ। ਬਿਨਾਂ ਮੁਰਸ਼ਿਦ ਨਹੀਂ, ਬਿਨਾਂ ਸਾਧੂ ਤੇ ਸਿੱਧੀ ਨਹੀਂ ਹੁੰਦੀ। ਸਾਧੂ ਜਿਹਨਾਂ ਆਪਣਾ ਆਪ ਸਿੱਧ ਕਰ ਲਿਆ। ਜੇ ਤੁਸੀਂ ਆਪਣੀ ਆਤਮਾ ਸਿੱਧ ਕਰਨੀ ਤੇ ਸਿੱਧ ਪੁਰਸ਼ ਦੀ ਸੰਗਤ ਕਰਨੀ ਪਏਗੀ। ਇਹ ਹੁਣ ਤੁਹਾਡੀ ਮਰਜ਼ੀ ਹੈ, ਤੁਹਾਡੇ ਵਿਹੜੇ 'ਚ ਗੇਂਦ ਸਿੱਟ ਦਿੱਤੀ ਹੈ। ਜਿਹਦਾ ਬੋਚ ਲਾਉਂਗੇ ਫਿਰ ਤਾਂ ਉਹ ਟੀਮ ਜਿੱਤ ਜਾਂਦੀ ਹੈ। ਜੋ ਪੋਲਾਂ ਤੋਂ ਮਾਰ ਨਿਕਲ ਜਾਏ, ਹੱਸਦੇ ਜਾਂਦੇ ਤੇ ਰੋਂਦੇ ਮੁੜਦੇ ਹੁੰਦੇ ਆ। ਇਹ ਹੁਣ ਤੁਸੀਂ ਦੇਖ ਲਿਓ। ਹਾਂਜੀ, ਨਹੀਂ ਹੁਣ ਮਹਾਰਾਜ ਜੀ ਤੋਂ ਵੀ ਸੁਣੀਏ। ਹਾਂਜੀ, ਮਹਾਰਾਜ ਤੋਂ ਵੀ ਹੋਰ ਤਾਂ ਨਹੀਂ ਗਾਏ ਵਿਦਵਾਨ। ਸੋ ਇਸ ਕਰਕੇ ਅੱਜ ਬੜੀ ਖੁਸ਼ੀ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂਦੇ ਹੋ, ਤੁਹਾਨੂੰ ਖੁਸ਼ੀ ਹੁੰਦੀ ਹੈ, ਪਰ ਤੁਹਾਡਾ ਕਈ ਵਾਰੀ ਬੈਠਣਾ ਉੱਠਣਾ ਹੋਰ ਤਰ੍ਹਾਂ ਦਾ ਵੀ ਹੋ ਜਾਂਦਾ। ਬੋਤਲ ਆ ਗਈ, ਮੀਟ ਆ ਗਿਆ, ਮੇਜ਼ ਲਾਤੇ, ਨੰਗੇ ਸਿਰ, ਜੁੱਤੀਆਂ ਪਾਈਆਂ, ਸਣੇ ਟੋਪੀ ਮੌਜੇ ਖਦਾ ਬਣੇ ਹੁੰਦੇ ਨਾ। ਅੰਦਰ ਮਹਾਰਾਜ ਪਾਠ ਦਾ ਭੋਗ ਪਿਆ, ਬਾਹਰ ਉਹ ਡੋਂਗੇ ਰੱਖੇ ਆ, ਕੋਈ ਸੋਚ ਝੂਠ ਦਾ ਪਰਹੇਜ਼ ਕੋਈ ਨਹੀਂ, ਚੱਲੀ ਜਾਂਦਾ ਨਾ। ਅੱਜ ਕੱਲ੍ਹ ਇਹੋ ਜਿਹਾ ਹਾਲ ਹੈ। ਭਾਈ ਜੀ ਭੋਗ ਪਾਉਂਦੇ ਹੁੰਦੇ, ਰਾਗੀ ਕੀਰਤਨ ਕਰਦੇ ਹੁੰਦੇ ਆ। ਉਹ ਕਹਿੰਦੇ ਸਾਡਾ ਕੰਮ ਨਹੀਂ ਅੰਦਰ ਪਾਠ ਸੁਣਨਾ, ਕਥਾ ਕੀਰਤਨ ਸੁਣਨਾ, ਸਾਡਾ ਤਾਂ ਇਹ ਕੰਮ ਹੈ। ਉਹ ਜਿਵੇਂ ਭਾਈ ਰਾਮ ਕੰਵਰ ਜੀ ਭਸੀਨ ਪਿੰਡ ਗਏ ਨਾ ਮਹਾਰਾਜ ਜੀ ਲਾਹੌਰ, ਉਹ ਕਹਿੰਦੇ ਵੀ ਰਹਿਣ ਨੂੰ ਜਗ੍ਹਾ ਦਿਓ। ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ ਕਹਿੰਦੇ ਮਹਾਰਾਜ ਉਹ ਤਾਂ ਦੀਵਾਨਖਾਨੇ ਗਏ ਆ, ਜਿਹਨੂੰ ਕਹਿੰਦੇ ਚੰਗਾ ਦੀਵਾਨਖਾਨੇ ਘੁੰਮਦੇ ਰਹੋਗੇ। ਉਹ ਪਿੰਡ 'ਚ ਬਸ ਹੁਣ ਉਹਦਾ ਸਿਰ ਪਾੜਤਾ, ਉਹਦਾ ਉਹ ਦੀਵਾਨਖਾਨੇ 'ਚ ਘੁੰਮੀ ਜਾਂਦੇ, ਕਚਹਿਰੀ ਖਾਨੇ। ਅੱਜ ਵੀ ਇਹ ਕੁਛ। ਭਾਓ ਭਗਤ ਸੋ ਕਾਮ ਕਛੂ ਹੈ ਮੇਰੋ ਕਾਮ ਦੀਵਾਨ। ਭਾਓ ਭਗਤੀ ਪ੍ਰੇਮਾ ਭਗਤੀ ਨਾਲ ਸਾਡਾ ਕੋਈ ਮਤਲਬ ਨਹੀਂ। ਸਾਡਾ ਕੰਮ ਕਚਹਿਰੀਆਂ 'ਚ ਘੁੰਮਣਾ। ਤੇ ਨਸ਼ਾ, ਉਹ ਬੀਰਮਲ ਨੇ ਡੱਬ 'ਚ ਬੋਤਲ ਲਈ ਹੋਈ ਸੀ ਨਾ, ਉਹ ਕਹਿੰਦਾ ਕੀ ਹੈ ਇਹ, ਕੀ ਹੈ? ਕਹਿੰਦੇ ਜੀ ਬੁਲਬੁਲ ਹੈ। ਕਹਿੰਦੇ ਉਹ ਸੱਚ ਬੋਲ। ਕਹਿੰਦੇ ਤੋਤਾ, ਤੋਤਾ ਹੈ। ਨਹੀਂ ਸੱਚ ਦਾ ਹੈ। ਬਾਂਦਰ, ਬਾਂਦਰ ਹੈ। ਕਾਸ਼ੀ ਕਿਵੇਂ ਲੁਕੋ ਲਿਆ ਲਗੋਟੀ? ਆਏ ਖੋਤਾ ਜਦ ਨੂੰ ਸੰਤੇ ਰੰਗ ਜਾਤੀ। ਕਹਿੰਦੇ ਇਹ ਚਾਰੇ ਚੀਜ਼ਾਂ ਫਿੱਟ ਕੀਤੀਆਂ ਹੋਈਆਂ। ਅੱਧ ਪਾ ਪੀ ਕੇ ਬੁਲਬੁਲ ਬਣ ਜਾਏ, ਪਊਆ ਪੀ ਕੇ ਤੋਤਾ, ਅਧੀਆ ਪੀ ਕੇ ਬਾਂਦਰ ਬਣ ਜਾਏ, ਤੇ ਬੋਤਲ ਪੀ ਕੇ, ਸਮਝ ਗਏ? ਬੋਤਲ ਪੀ ਕੇ ਖੋਤਾ ਬਣਾ ਦਿੰਦੀ ਹੈ। ਡੁੱਬੇ ਹੈ ਗੱਲਾਂ ਸੁਣ ਕੇ ਨਾ ਉਬਰੇ ਜ਼ਿੰਦਗਾਨੀ ਮੈਂ, ਸੈਂਕੜੇ ਹੀ ਬਹਿ ਗਏ ਬੋਤਲੋਂ ਕੇ ਬੰਦ ਪਾਣੀ ਮੈਂ। ਆ ਬੋਤਲਾਂ ਦੇ ਪਾਣੀ, ਕਿਸੇ ਨੂੰ ਪਿਆਲੀ ਢਾਈ ਫਿਰਦੀ ਹੈ, ਕਈ ਨੂੰ ਪਊਆ ਢਾਈ ਫਿਰਦਾ, ਕਿਸੇ ਨੂੰ ਅਧੀਆ, ਕਿਸੇ ਨੂੰ ਬੋਤਲ। ਜਿਹਨੂੰ ਇੱਕ ਬੋਤਲ ਹੀ ਸੁੱਟ ਲੈਂਦੀ ਹੈ, ਉਹ ਕਿੱਥੋਂ ਰਾਜ ਸਮਾਜ ਬਣਾ ਲੇਗਾ। ਇੱਕ ਬੋਤਲ ਤੱਕ ਨਹੀਂ ਰਹਿ ਗਿਆ। ਹੁਣ ਤਾਂ ਬਹੁਤ ਆ ਗਿਆ, ਚਮਚਾ ਚੱਲਦਾ। ਅੱਗੇ ਤਾਂ ਡੋਡੇ ਭੇਂਦੇ ਸੀ ਨਾ, ਮਲ ਨੇ ਫੇਕ ਦੇ ਪੁਣ ਪਣ ਕੇ ਕੱਢਣਾ। ਹੁਣ ਤਾਂ ਬਸ ਗ੍ਰੈਂਡਰ ਨਾਲ ਕੀਤਾ ਹੋਇਆ, ਚਮਚਾ ਚੱਲਦਾ, ਉਹਦਾ ਨਾਂ ਚਮਚਾ ਰੱਖਿਆ। ਪੋਸਤਾ ਮਨ ਦੋਸਤਾ ਤੇਰਾ ਸੋਨੇ ਜੜਾਈ ਬੂਟਾ, ਜਿਹੜਾ ਤੈਨੂੰ ਮਲ ਮਲ ਪੀਵੇ ਦੇਵੇਂ ਸੁਰਗ ਦਾ, ਨਰਕ ਦਾ ਝੂਟਾ ਦਊ ਕਿ ਸੁਰਗ ਦਾ? ਨਰਕ ਦਾ ਝੂਟਾ। ਕਈ ਦੂਜਾ ਸ਼ਰਾਬ ਕੜਾਹੀਏ 'ਚ ਪਾ ਕੇ ਰੱਖ ਦਿਓ। ਕਾਂ, ਕੁੱਤਾ ਤੇ ਸੂਰ ਬੇਸ਼ਟਾ ਖਾਂਦੇ, ਇਹਨੂੰ ਮੂੰਹ ਨਹੀਂ ਲਾਉਂਦੇ। ਇਹ ਇਨਸਾਨ ਕਹਿੰਦਾ ਮੈਂ 84 ਲੱਖ ਜੂਨਾਂ ਦਾ ਸਰਦਾ ਮੈਂ ਪੜ੍ਹ ਲਿਖ ਗਿਆ, ਇਹ ਪੈਸੇ ਦੇ ਕੇ ਪੀ ਰਿਹਾ। ਪੈਸੇ ਦੇ ਕੇ ਤੰਬਾਕੂ
आ पिछे केसगढ़ कोई आया तंबाकू पीण लुधियाने तो, इन्ना सफ़र करके इन्ना तेल फूक के आया, किते तंबाकू पीण नूं अड्डा नहीं मिलिया। तो 10वें पातशाह के दरबार विच जदों इंसान की बुद्धि का दबाला निकल जाए, कुत्ते ने जाके देखना थोड़ी। ये पवित्र जगह है, क्या है, इंसान तो गिर चुका है इस वेले। ये कहते देश आज़ाद है, देश बर्बाद हो गया है, ये देश बर्बाद हो गया। महाराज दे घोड़े ने तंबाकू के बड़ च पैर नहीं सी रखिया। हुक्म सी तनक तंबाकू सेवी है, देव पितर छड़ जाए, पानी ताके हाथ का मदरा सम हो जाए। धूमर पानी विपर को दह दान जे कोय, दाता नरक बासल विपर सूकर पर होए। जड़ा तंबाकू पीण वाले नूं दान देना और जड़ा लैंदा है, कहंदे वो सूर बन के पिंड की गंदगी खांदा है। चार करैतां बजरां विच एक बजर करैत ते मन्नी आ। अज इंसान कित्थे तुर पिया। कुत्ते नूं की पता इत्थे महाराज प्रकाश कड़ा परछाई देग पई है, तुसीं राखी नहीं करोगे, कुत्ता कुत्तियां वाले काम करेगा, कुत्ता कुत्तियां वाले काम करेगा। महाराज कहंदे करतूत पशु की, मानस जात लोक पचारा करे दिन रात। गुरमंत्र हिणस प्राणी तरगंत जन्म भरष्टन है। कुकरै सुकरै सारा कुछ कहा महाराज ने। साथ संगीत इन्हां गुणां तो जड़ा रहत है, वो दो सिंह ते एक पूछे नहीं बाकी है। पूछ बिछाने हीना पशु भे समाना कहा। अज साडे विच इतनी गिरावट आ गई है। गुरु ग्रंथ साहब नूं आपां गुरु कहने हैं, ये मानते हैं गुरु ग्रंथ साहब गुरु है, मनना चाहिए, पर जो गुरु ग्रंथ साहब कह रहे वो नहीं असीं मन रहे। गुरु ग्रंथ साहब कहते हैं, पान सुपारी खातियां मुख बीड़ियां लाइयां, हर हर कदे न चेत्यो जम पकड़ चलाइयां। लो पढ़ लो, ये थोड़ा ये तुहाडा भी जोर लवा दीजिए। पान सुपारी खातियां, पान सुपारी खातियां, पान सुपारी खातियां, पान सुपारी खातियां, मुख बीड़ियां लाइयां, मुख बीड़ियां लाइयां, पान सुपारी खातियां, पान सुपारी खातियां, हर हर कदे न चेत्यो, हर हर कदे न चेत्यो, हर हर कदे न चेत्यो, हर हर कदे न चेत्यो। जम पकड़ चलाइयां, जम पकड़ चलाइयां, जम पकड़ चलाइयां जी, जम पकड़ चलाइयां जी। अज साडा पंजाब नशिया ने बर्बाद कर दिता है, तबाही हो गई है। साढ़े दुआले पाकिस्तान चीन के बार्डर ने, अगे मुगल आउंदे सी, कोई रुकदा ना, तुरे जांदे सी। बड़े बड़े जवान देख के 100-100 बंदा उमें सुसरी वांग सौ जांदा सी। ये कलगीधर पातशाह ने, धन गुरु नानक पातशाह ने 239 साल 10 गुरुआं ने किरपा की, खालसे पंथ की सिरजना करके सूरबीर बहादुर बनाए और दरे खैबरां दे मूँह बंद किए हमले। अज तुसीं तबाह हो गए हैं, तुसीं देश की ढाल हैं। जड़े दिल्ली बैठे आ उन्होंने भुल गया भी इन्हां तो बिना ये देश नूं संभालना बहुत औखा। इन्हां दी कदर नहीं कर रहे सूरबीरां दी। असीं भी नशियां विच गर्क हो रहे हैं। जे इस तरह का माहौल रहा, ये तुहाडी आज़ादी आज़ादी रहूगी।
ये किवें कायम रहेगी? नशियां नूं त्यागो, विषयां नूं त्यागो, कंजरियां दे गीत सुनने छड्डो। महाराज दा हुक्म ही चांचल चेतना जाए तमाशे, जुए जाए ना खेलत पासे। अज की कर रहे हैं? 100 साखी लिखा, घर घर बेस्या होएगी, घर घर होए बहेगी रांड। अज जिन्हों टैलीविजन कहते हैं टीवी की बीमारी है। अगे तो किसी नूं टीवी हुंदी सी ना, हुण तां हरेक नूं होई फिरदी है, तप दिखदी। क्यों बाबा जी? ये साडी तबाही हो गई है। आ साडियां बीबियां भैणां बच्चियां नूं संभाल नहीं रहियां। और साढ़े को मरीज आउंदे महाराज जी, जिन्हां दी 4-4 साल उम्र है, 600 पॉइंट तक शुगर हो चुकी है। तो दसो साडा भविष्य कित्थे है? ये साडे साधु सी जिन्हां ने औषधालयां खोलियां, जिन्हां ने साहतक पक्ष, जिन्हां ने संगीत पक्ष, जिन्हां ने कला का पक्ष, जिन्हां ने सूरबीरता का पक्ष, जिन्हां ने सारे पक्ष सांभे। और दवाई बूटी डेरियां विच हुण आपां कहने इन्हां दी लोड़ नहीं, ये होणगे तो संभाल होऊगा, ये ना रहे तो सारा कुछ रुड़ जाएगा। रुड़ रहा है। इस करके गुरम प्यारो अज प्रतिज्ञा करके जाओ। वैसे तुसीं सारे सियाणे बैठे संगत करते हैं, जे कोई तुहाडे जो कोई नशा करदा, अज गुरु ग्रंथ साहिब महाराज सच्चे पातशाह दा गुरता गद्दी पुरब आ, ये परण करो, अज तो बाद असीं नशा नहीं वरतांगे। घर च नशे वाले नूं नहीं वड़न देवांगे, बच्चे बच्चियां नूं छडावांगे। साडे को मरीज आउंदे आ 4-4 हज़ार का चिट्टा रोज़। महाराज जी तू आया, ये जड़ा चिट्टा जिहा फीम का ही सत्त है ना, वो पेपर ते पा लेंदे आ, थल्लों सेक दिंदे आ, नासां नूं धुआं चढ़ा के। एक तां कुदरत दे मारे हुए पागल आ, ये पैसा खर्च के आप पागल हो रहे आ। ये दशा बनी हुई है। जिन्नी सारे पंजाब में शराब लगती है, उन्नी सारे जिले च लग रही, तुहाडे उन्नी शहर च लग रही है। मारन तो अंमृतसर सिफती का घर बनाया सी, पर असीं इन्हां गल्लां च पै के नरक का घर बना रहे हैं। नरक का घर गुस्सा नहीं करते? लाला जी हाथ मारिया तो गल बननी नहीं। इस करके ये आ कि साडा ये फर्ज आ, क्योंकि सब तो पहली पढ़ाई है आहार शुद्धो सत विशुद्धा, सत विशुद्धो ध्रुवा सिमरता। सब तो पहला आहार है। आहार शुद्ध है, अंतस्करण शुद्ध है, अंत मन शुद्ध है, मन शुद्ध है, बुद्धि शुद्ध है। शुद्ध बुद्धि ते आत्मा का प्रतिबिंब नज़र आता। जे बुद्धि भरिष्ठी हो तो आत्मा देखांगे कित्थे? ये स्क्रीन है साडी बुद्धि, जिमें स्क्रीन ते आउंदा ना सारा कुछ, ये बुद्धि नूं स्क्रीन बनाउणा पैना, शुद्ध बनाउणा पैना। ते महाराज भी कहंदे सो खाना खुशी खुआर, जित खाधै तन पीड़ियै, मन में चलै बकार। तुसीं तां साडे बहुते बाबिਆਂ ਨੂੰ भी नाल रला लिया। जिले बाबे का जन्मदिन हुंदा ना, वो भी हुण केक कट्टण लग पिया। केक कट रहे, केक। उन्हीं कहा भी जे बाबे साडे नाल रलूगा सानू कहूगा कौन? नाल रला लो। चोरन टोला एक कोई बोला हो गया, फिर कौन कहूगा चोरी छड्डो? कोई साध होया तो कहूगा ना। वो कहते भी आप इन्हू नाल दबड़ू को सूट बना लीजिए, नाल ही रला लीजिए। ये कुछ चल रहा। पर गुरमुख प्यारियो, ट्रुथ क्रश टू रथ समाल राइज अगेन। धूल में मिला हुआ सत फिर उठेगा, ये खत्म नहीं होएगा। आ नोट पे
ਇਹਨਾਂ ਨੂੰ ਅਸੀਂ ਵਰਤਦੇ ਹਾਂ। ਇਹਦੇ ਉੱਤੇ ਇੱਕ ਬੁੱਧ ਦਾ ਪ੍ਰਮਾਣ ਲਿਖਿਆ ਹੋਇਆ, ਉਹ ਆਪਾਂ ਦੇਖਦੇ ਹੀ ਨਹੀਂ, ਆਪਣਾ ਨਹੀਂ ਧਿਆਨ ਇੱਧਰ। ਉਹ ਲਿਖਿਆ ਸਤਿਅਮ ਮੇਵ ਜਾਇਤੇ। ਜਿੱਥੇ 4 ਸ਼ੇਰਾਂ ਦੀ ਫੋਟੋ ਆ ਨਾ, ਮਹਾਰਾਜ ਇੱਕ ਸੰਤ ਦੇ ਚੇਲੇ ਦਾ ਨਿਸ਼ਾਨ ਹੈ ਨੋਟ ਦੇ ਉੱਤੇ। ਬੁੱਧ ਦਾ ਚੇਲਾ ਸੀ ਅਸ਼ੋਕ, ਉਹਦਾ ਇਹ ਚਿੰਨ੍ਹ ਆ ਵੀ 4 ਸ਼ੇਰਾਂ ਵਾਂਗੂ ਜੇਤੂ ਸਮਰਾਟ ਸੀ ਚਾਰੇ ਦੇਸ਼ਾਂ 'ਚ। ਜੇਤੂ ਸਮਰਾਟ, ਵਿਚਾਲੇ ਸਦਰਸ਼ਨ ਚੱਕਰ ਆ। ਅੱਧਾ ਨਹੀਂ ਲਿਖਿਆ ਇਹਨਾਂ ਨੇ, ਇਹਨਾਂ ਲਿਖਤਾ ਸਤਿਅਮ ਮੇਵ ਜਾਇਤੇ ਨਾ ਨਿਰਤਮ, ਇਹ ਨਹੀਂ ਲਿਖਿਆ ਸੱਤ ਦੀ ਜੈ ਹੋਤੀ ਨਾ ਕਿ ਅਸਤ ਦੀ। ਇਹ ਤੁਹਾਡੇ ਨੋਟ ਤੇ ਲਿਖਿਆ। ਤੇ ਜਿਹੜੇ ਨੋਟ ਨਾਲ ਸੌਦਾ ਖਰੀਦਦੇ ਆ, ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਨੋਟ ਤੇ ਹੈਗਾ ਕਿ ਨਹੀਂ ਹੈਗਾ। ਆਪਾਂ ਨੂੰ ਇਹ ਦੇਖਣ ਦੀ ਕੀ ਲੋੜ ਹੈ? ਆਪਾਂ ਤਾਂ ਮਨ ਮਰਜ਼ੀ ਕਰਨੀ ਹੈ, ਮਨ ਮਰਜ਼ੀ। ਹੁਣ ਤਾਂ ਇੱਥੇ ਤੇ ਪਹੁੰਚ ਗਿਆ। ਇੱਕ ਦਿਨ ਸਾਡੇ ਉੱਧਰ ਇੱਕ ਗ੍ਰੰਥੀ ਨੇ ਕਿਹਾ ਸ਼ਰਾਬ ਨਾ ਪੀ, ਉਹ ਫੜ ਕੇ ਕੁੱਟਿਆ ਜੀ ਗ੍ਰੰਥੀ ਨੂੰ। ਕਹਿੰਦੇ ਅਸੀਂ ਆਪਣੇ ਪੈਸੇ ਪੀਨੇ, ਗ੍ਰੰਥੀ ਤੇਰਾ ਢਿੱਡ ਦੁਖਦਾ, ਤੇਰਾ ਕੀ ਖਰਚਾ? ਅਸੀਂ ਆਪਣੇ ਪੈਸੇ ਦੀ ਪੀਂਦੇ ਹਾਂ। ਤੇ ਜਦੋਂ ਇਨਸਾਨ ਇੱਥੇ ਆ ਕੇ ਖੜ ਜਾਏ ਫਿਰ ਦੱਸੋ ਸਿੱਖਿਆ ਕੌਣ ਦੇਵੇਗਾ? ਪਰ ਨਹੀਂ, ਸਿੱਖਿਆ ਦੇਣੀ ਪੈਣੀ ਹੈ। ਭਗਵਾਨ ਬੁੱਧ ਨੇ ਜਿਹੜੇ ਚੇਲੇ ਤਿਆਰ ਕੀਤੇ ਨਾ, ਇੱਕ ਉਹਦਾ ਚੇਲਾ ਸੀ ਪੂਰਨ। ਕਹਿੰਦੇ ਵੀ ਆਪੋ ਆਪਣਾ ਇਲਾਕਾ ਮੱਲ ਲਓ ਪ੍ਰਚਾਰ ਲਈ। ਕੋਈ ਕਿਤੇ ਮਹਾਰਾਜ ਜੀ ਕੋ ਕਿਤੇ ਚਲੇ ਗਿਆ, ਇੱਕ ਨੇ ਇਲਾਕਾ ਉਹ ਮੱਲਿਆ। ਹਾਲੇ ਵੀ ਇੰਡੀਆ 'ਚ ਇਹੋ ਜਿਹੇ ਬੰਦੇ ਹੈਗੇ ਆ, ਉਹ ਬੰਦਾ ਮਾਰ ਕੇ ਖਾ ਜਾਣਗੇ। ਹਾਲੇ ਵੀ ਹੈਗੇ ਕੌਡੇ ਰਾਕਸ਼, ਇੱਥੇ ਹੈਗੇ ਇਹੋ ਜਿਹੇ ਲੋਕ ਹਾਲੇ ਵੀ। ਉਧਰ ਚੰਗੇ ਸਾਧੂ ਜਾਂਦੇ ਹੀ ਨਹੀਂ। ਉਹਨੂੰ ਉਹ ਮੰਨ ਲਿਆ। ਕਹਿੰਦੇ ਵੀ ਲੋਕ ਤਾਂ ਸਾਰੇ ਮਾੜੇ ਆ, ਵੀ ਤੂੰ ਪ੍ਰਚਾਰ ਕਿਵੇਂ ਕਰੇਗਾ? ਮੇਰੇ ਪ੍ਰਸ਼ਨਾਂ ਦਾ ਉੱਤਰ ਦੇ। ਜੇ ਤੈਨੂੰ ਗਾਲਾਂ ਕੱਢਣਗੇ ਫਿਰ ਤੂੰ ਕੀ ਕਰੇਗਾ? ਕਹਿੰਦੇ ਮੈਂ ਸਮਝਾਂਗਾ ਵੀ ਗਾਲਾਂ ਹੀ ਕੱਢੀਆਂ, ਮੈਨੂੰ ਕੁੱਟਿਆ ਤਾਂ ਨਹੀਂ, ਮੈਂ ਪ੍ਰਚਾਰ ਕਰਾਂਗਾ। ਕਹਿੰਦੇ ਜੇ ਭਲਾ ਤੈਨੂੰ ਕੁੱਟਣ, ਕਹਿੰਦੇ ਮੈਂ ਕਹੂੰ ਕੁੱਟਿਆ ਹੀ ਆ, ਵੀ ਗੱਲ ਤਾਂ ਮੈਂ ਆਪਣੀ ਸੁਣਾਈ ਆ, ਮੇਰੀ ਲੱਤ ਬਾਂਹ ਤਾਂ ਨਹੀਂ ਭੰਨੀ, ਕਿ ਉਹ ਤਾਂ ਫੇਰ ਬਣ ਜਾਊਗੀ। ਕਹਿੰਦੇ ਜੇ ਲੱਤ ਬਾਂਹ ਤੋੜ ਦੇਣ, ਕਹਿੰਦੇ ਮੈਂ ਕਹੂੰ ਤਾਂ ਬਣ ਜਾਊਗੀ, ਮੈਂ ਪ੍ਰਚਾਰ ਫੇਰ ਕਰਾਂਗਾ। ਕਹਿੰਦੇ ਜੇ ਤੇਰੀ ਧੌਣ ਕੱਟ ਦੇਣ, ਕਹਿੰਦੇ ਮੇਰਾ ਜੀਵਨ ਸਫਲ ਹੋ ਗਿਆ। ਜਿਹੜਾ ਆਦਰਸ਼ ਲੈ ਕੇ ਤੁਰਿਆ ਸੀ ਮੈਂ ਆਪਣਾ ਆਪ ਲਾ ਦਿੱਤਾ ਦਾਅ 'ਤੇ। ਜਦੋਂ ਤੱਕ ਪ੍ਰਚਾਰਕਾਂ ਦੇ ਮਨ ਵਿੱਚ ਇੱਥੇ ਤੱਕ ਭਾਵਨਾ ਨਹੀਂ ਆਉਂਦੀ, ਨੌਜਵਾਨ ਉਮਰ ਵਿੱਚ ਤਿਆਗ ਵਿਰਾਗ ਧਰ ਕੇ ਇੱਧਰ ਤੁਰਦੇ ਨਹੀਂ, ਇਹ ਦੇਸ਼ ਦੀ ਕਾਇਆ ਕਲਪ ਨਹੀਂ ਹੋਣੀ। ਅੱਜ ਲੋੜ ਹੈ, ਭਾਰਤੀ ਸਭਿਅਤਾ ਨਸ਼ਟ ਭ੍ਰਸ਼ਟ ਹੋ ਰਹੀ ਹੈ, ਪੁੰਨ ਕਰਮ ਸਭ ਬੰਦ ਹੋ ਚੁੱਕੇ ਹੈ। ਇਹ ਧਰਤੀ ਰਾਖਸ਼ਾਂ ਦੀ ਬਣਦੀ ਜਾ ਰਹੀ ਹੈ। ਅੱਜ ਜਿੰਨਾ ਕੁ ਨਜ਼ਰ ਆ ਰਿਹਾ, ਕੁਝ ਸਾਧੂ ਹਨ ਜੋ ਯਤਨਸ਼ੀਲ ਆ। ਅਗਲਾ ਜਿਹੜਾ ਭਵਿੱਖ ਆ, ਤੁਹਾਡੇ ਗ੍ਰੇਸੀਆਂ ਦਾ ਇੱਕ ਇੱਕ ਨਿਆਣਾ +2 ਕਰਕੇ ਬਾਹਰ ਦੌੜ ਰਿਹਾ, ਕਾਲਜ ਯੂਨੀਵਰਸਿਟੀਆਂ ਬੰਦ ਹੋ ਰਹੀਆਂ, ਰਾਸ਼ਟਰ ਦੀ ਪ੍ਰੀਤੀ ਖਤਮ ਹੋ ਰਹੀ ਹੈ, ਸਰਕਾਰਾਂ ਸੰਭਾਲ ਨਹੀਂ ਕਰ ਰਹੀਆਂ। ਗਾਹਾਂ ਸਾਧੂ ਨਹੀਂ ਬਣੇਗਾ, ਅਧਿਆਤਮ ਦੀ ਵਿਦਿਆ ਨਹੀਂ ਪੜ੍ਹੇਗਾ, ਤੁਹਾਨੂੰ ਸਿੱਖਿਆ ਕੌਣ ਦੇਵੇਗਾ? ਇਹ ਦੇਸ਼ ਬਚ ਜਾਏਗਾ? ਬੜੀ ਸੋਚਨੀय ਹਾਲਤ ਬਣੀ ਹੋਈ ਹੈ ਇਸ ਵੇਲੇ ਸਾਡੇ ਭਾਰਤ ਖੰਡ ਦੀ। ਦੇ ਜਿਨ੍ਹਾਂ ਦੇ ਹੱਥ ਸੱਤਾ ਹੈ, ਉਹ ਇੱਥੇ ਖੜੇ ਅੰਧੇਰ ਨਗਰੀ ਚੌਪਟ ਰਾਜਾ, ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਅੰਧੇਰ ਗਰਦੀ ਮਚੀ ਹੋਈ ਹੈ, ਕੋਈ ਨਿਆਂ ਇਨਸਾਫ, ਕੋਈ ਧਰਮ ਕਿਤੇ ਨਜ਼ਰ ਨਹੀਂ ਆ ਰਿਹਾ। ਜਿਵੇਂ ਧੰਨ ਗੁਰੂ ਨਾਨਕ ਸਭ ਤੋਂ ਪਹਿਲਾਂ ਹਾਲਤ ਸੀ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਕੂੜ ਦੀ ਕਾਲੀ ਬੋਲੀ ਮੱਸਿਆ ਦੀ ਰਾਤ, ਸੱਚ ਦਾ ਚੰਦਰਮਾ ਨਜ਼ਰ ਨਹੀਂ ਆ ਰਿਹਾ। ਸੱਚ ਦਾ ਚੰਦਰਮਾ
महापुरख बैठे है, एक कुत्ता भौंक रहा। राजा आ गया, महाराज ये कुत्ता भौंक रहा। कहते भुखा है। भुखा की करेगा? रौला ही पाएगा। ये भुखा है, महाराज खाण नूं दिओ। कहते असीं तां दिन्ने आ, तू राजा रजा दे। राजा हुंदा जिहड़ा रंजन करे, रिज धातू तो बनिया। हुण तां राजन दे ढिड अपने नहीं भरदे, तुहानूं कित्थों रजाउणा इन्हां ने? जिहड़े आप भुखे आ तुहानूं रजाउणगे? राजा हुंदा ही तप तो बनदा सी, कमाई करदे सी, लोग जप तप करदे हुंदे सी। हुण तुहाडी पर्ची बनाउंदी है, हुण जप तप की लोड़ नहीं। जो चल रहा इस वेले, राजे ने चंगे पदार्थ पाते, कड़ाह कड़ू पाया, लड्डू छड्डू जलेबियां देसी घिओ दियां, फिर भौंकी जांदा। कहंदे महाराज हुण भौंकदा। कहंदे जदों तक लोग राजे लोग दुनिया ते अधर्म करते रहणगे, ये साडा कुत्ता भौंकदा रहेगा। ये साडा कुत्ता उदों तक भौंकदा रहेगा। अज संसार की दशा कैसी है गुरमुख प्यारिओ? तुसीं बस नशियां विशियां फैशनां च पै के सब भुले बैठे हैं। उठ जाग घराड़े मार नहीं, ये सुन तेरे दरकार नहीं। संत कौन है? जड़ा सुते नूं जगाउंदा है। जागे हुए पुरुष का नाम संत है। संत कौन है? जड़ा जागया होया पुरुष, वो ज्ञान की हुज ला के जगाउंदा। उठ जाग, सवेरे उठ, इशनान कर, शौच करिया तो बाद। हुण तां असीं 8-8 9 बजे तो उठते नहीं। जिले भोजन खा लिया, अजुर्वेद कहंदा 3 बजे तो बाद भोजन बेष्टा बन गया। वो तुहाडे पेट विच बेष्टा पिया, गंदगी, तुसीं उस वेले चंडाल हो। वो गंदगी अंदर पई है, बदबू सड़ियान, गंदे परमाणु, बीमारियां क्यों नहीं फैलणगियां? बीमारी नूं असीं सहेड़ रहे हैं। साडे ऋषियां ने जो बनाया उसी तड़के उठना, झाल लागी उठ नाम जप, निस वासरिया रात, कारा तुझ न व्यापई, नानक मिटै अपाद। बाणी की कहती? गुर सतगुर का जो सिख खाए सो भल के उठर नाम ध्यावै, उदम करै भल के प्रभाती, इशनान करै अमृत सर नावै। तड़के उठना, सब तो पहला बाहर अंदर जाना, शौच क्रिया करनी, उस तो बाद दातन, उस तो बाद इशनान, फिर नाम, फिर जल पानी, फिर अपनी किरत, महाराज नूं इष्ट नूं मत्था टेकना मनाउणा, फिर किरत करनी। ये गल्लां हैगियां घरां च? हैगियां तां दस दिओ। कोई बिरला होएगा जिथे कोई खास गुरु महाराज की किरपा है। साढ़े हथों अमृत वेला भी चल गया, जपजी साहब रह रहा कीर्तन सोले भी चले गए। जे घर वाले नूं कहिए मेरे घर वाली जी बड़ी धार्मिक है, वह पाठ करती होंदी है, तो वही रोटी खाधी ना तू राजिया कर। बच्चे नूं कह मेरी मम्मी करती होंदी है। महाराज कहते जित कीता पाइए अपना, सा घाल बुरी। ये तो अपना कीता प्यारो मिलना, किसी का नहीं मिलना। इस करके बड़ी गुरु महाराज ने बख्शिश की है, रहमत की है कि समा ये मिलिया। तो संत मंडली किन्ने लम्मे समय तो तुहाडे नगर विच चरण पा रहे हैं। तो श्री महंत साहब वो भी आशीर्वाद देने वास्ते आए हैं। महापुरखों ने भी कृपा की, सियाणा शरीर आ, बिरध अवस्था, किथे हरद्वार, किथे इन्ना लम्मा सफ़र आ। क्योंकि प्यार जड़ा हुंदा ना, वो बड़ी बड़ी चीज़ है। भाई गोंदा जी किथे काबल, तो गुरु हर राय सब कीरतपुर, श्री जपजी साहब पढ़ते उत्थों चरण फड़ लै। जल पानी टाइम निकाल, लंगर का शाम का। महाराज की कौतुक, कहते की करिए भाई गोंदा जी श्री जपजी साहब गुरु नानक ध्यान करते, मेरे चरण नहीं छड्डदे। देखो प्रेम दियां बाहां किनियां लम्मियां, शरधा भगती कैसा है।
ਸੋ ਇਸ ਕਰਕੇ ਅੱਜ ਹੁਣ ਦੇਖੋ ਮੋਬਾਈਲ ਨਾਲ ਕਿੱਥੋਂ ਕਿੱਥੋਂ ਬੈਠੇ ਤੁਸੀਂ ਨੈਟਾਂ 'ਤੇ ਗੱਲਾਂ ਸੁਣੀ ਸੁਣਾਈ ਜਾਂਦੇ ਆ। ਇਹ ਬੁੱਧੀ ਦਾ ਵਿਚਿੱਤਰਤਾ ਆ ਨਾ। ਅਤੇ ਜਿਹੜੇ ਰੂਹਾਨੀਆਂ ਦੀ ਹੈ ਉਹ ਤੋਂ ਮੰਨਣ ਤੋਂ ਅਸੀਂ ਮੁਨਕਰ ਹੋਏ ਹਾਂ। ਰੂਹਾਨੀ ਦੀਆਂ ਗੱਲਾਂ ਤੋਂ ਬਹੁਤ ਤਾਕਤ ਰੱਖਦੀਆਂ। ਸੋ ਇਸ ਕਰਕੇ ਸਾਧ ਸੰਗਤ ਜੀ ਅੱਜ ਮਹਾਰਾਜ ਨੇ ਬਹੁਤ ਵੱਡੀ ਇਹ ਬਖਸ਼ਿਸ਼ ਕੀਤੀ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਜੋਗੋ ਜੋਗ ਅਟੱਲ ਹੈ। ਇਹ ਬਖਸ਼ਿਆ ਇੱਥੇ ਇੱਕ ਭ੍ਰਿਗੂ ਸੰਗਤ ਵਾਲੇ ਮਹਾਰਾਜ ਬਰਨਾਲੇ, ਸਾਡੇ ਸੁਲਤਾਨਪੁਰ ਵੀ ਆ, ਉੱਧਰ ਮੁਰਾਦਾਬਾਦ ਵੀ ਕਹਿੰਦੇ ਹੈਗੇ, ਹੁਸ਼ਿਆਰਪੁਰ ਵੀ ਬੈਠੇ ਆ। ਉੱਥੋਂ ਕੋਈ ਚਲੇ ਗਿਆ ਅਗੇ ਮੈਂ ਫਲਾਣੇ ਨੂੰ ਗੁਰੂ ਧਾਰਨਾ, ਕੁੰਡਲੀ ਕੱਢੋ ਭ੍ਰਿਗੂ ਦੀ। ਉਹ ਜਿਹੜੇ ਕੁੰਡਲੀ ਕਢਾਈ ਹੈ ਨਾ, ਦੇਖੋ ਭ੍ਰਿਗੂ ਬ੍ਰਹਮੇ ਦਾ ਲੜਕਾ ਕਦੋਂ ਦਾ ਹੋਇਆ। ਕੁੰਡਲੀ ਕੀ ਨਿਕਲੀ, ਜਿਸ ਕੋ ਤੁਮ ਗੁਰੂ ਧਾਰਨਾ ਚਾਹਤੇ ਹੋ ਵह आप अधूरा है, कल युग में गुरु ग्रंथ गुरु ग्रंथ गुरु ग्रंथ। आ देखो भृगु जी ने आ कढ़िया, कदों भृगु होए, ब्रह्मा जी के लड़के आ। ਉਹਦਾ ਮਨ ਸੀ ਮੈਂ ਫਲਾਣੇ ਨੂੰ ਬਣਾਵਾਂ, ਕਿਉਂ ਇਹ ਤਾਂ ਸੋਝੀ ਬਿਰਲੇ ਨੂੰ ਆਉਂਦੀ ਹੁੰਦੀ ਨਾ, ਵੀ ਫਲਾਣਾ ਪੂਰਾ ਕਿ ਅਧੂਰਾ। ਭ੍ਰਿਗੂ ਤਾਂ ਹੁਣ ਸਿਆਣਾ ਹੀ ਸੀ ਨਾ, ਜੋਤਸ਼ੀ ਆ ਪੂਰਾ, 52 ਗ੍ਰੰਥ ਆ ਜੋਤਿਸ਼ ਦੇ, ਸਭ ਨੂੰ ਔਖਾ। ਕਹਿੰਦਾ ਜਿਸ ਕੋ ਤੁਮ ਗੁਰੂ ਧਾਰਨਾ ਚਾਹਤੇ ਹੋ ਵह आप अधूरा है, कल युग में गुरु ग्रंथ गुरु ग्रंथ गुरु ग्रंथ। ਹੁਣ ਭ੍ਰਿਗੂ ਨੂੰ ਅਸੀਂ ਤਾਂ ਸਿਖਾਲਿਆ ਨਹੀਂ। ਬ੍ਰਹਮੇ ਦਾ ਲੜਕਾ, ਪਰ ਜਿਹੜਾ ਮਹਾਂਪੁਰਖ ਹੈ ਉਹ ਤਾਂ ਸੱਚੇ ਹੀ ਬੋਲੂਗਾ ਨਾ। ਜੇ ਮਹਾਂਪੁਰਖ ਵੀ ਗਲਤ ਬੋਲਦਾ ਫਿਰ ਉਹ ਪੁਰਸ਼ ਤਾਂ ਹੋ ਸਕਦਾ, ਮਹਾਂਪੁਰਸ਼ ਨਹੀਂ ਹੋ ਸਕਦਾ। ਪੁਰਸ਼ ਤਾਂ ਆਪਾਂ ਸਾਰੇ ਹੀ ਹਾਂ। ਮਹਾਂਪੁਰਸ਼ ਉਹ ਆ ਜਿਹਦੇ 'ਚ ਕੋਈ ਮਹਾਨ ਕਰਮ ਆ, ਮਹਾਨ ਗੁਣ ਆ, ਉਹ ਹੈ ਮਹਾਂਪੁਰਸ਼। ਕਿਉਂਕਿ ਇੱਕ ਪਾਸੇ ਭਗਵਾਨ ਆ, ਪਰਮਾਤਮਾ, ਮੰਡੇਸ਼ਰ ਸਾਹਿਬ, ਪਰਮਾਤਮਾ, ਮਹਾਤਮਾ, ਜੀਵਾਤਮਾ, ਤਿੰਨਾਂ ਨਾਲ ਆਤਮਾ ਸ਼ਬਦ ਲੱਗਿਆ। ਪਰਮਾਤਮਾ ਪਰ ਵਿਸ਼ੇਸ਼ ਕਰਕੇ ਜਿਹੜਾ ਸਾਰਿਆਂ ਦੀ ਆਤਮਾ, ਮਹਾਤਮਾ ਜਿਹਦੀ ਮਹਾਨ ਆਤਮਾ, ਜੀਵਾਤਮਾ ਜੀਵਾਂ ਨਾਲ ਵੀ ਆਤਮਾ ਲੱਗੀ ਹੈ। ਜੀਵ ਨੂੰ ਬ੍ਰਹਮ ਨਾਲ ਜੋੜਨ ਵਾਲਾ ਕੌਣ ਆ? ਪਰਮਾਤਮਾ ਨੂੰ, ਮਹਾਤਮਾ। ਇੱਕ ਕੜੀ ਹੈ ਸੰਤ ਜਿਹੜਾ, ਉਹ ਇੱਕ ਕੜੀ ਹੈ ਪਰਮਾਤਮਾ ਤੇ ਜਗਿਆਸੂ ਦੇ ਦਰਮਿਆਨ। ਤਾਂ ਮਹਾਤਮਾ ਕਹਿੰਦੇ ਆ ਜਿਹੜੀ ਵਿਛੜੀ ਹੋਈ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦਾ ਉਪਦੇਸ਼ ਦਿੰਦੇ ਹਨ, ਉਸ ਦਾ ਨਾਮ ਹੈ ਮਹਾਤਮਾ। ਸੋ ਇਸ ਕਰਕੇ ਬੜੀ ਕਿਰਪਾ ਹੋਈ ਹੈ ਕਿ ਤੁਸੀਂ ਬੈਠੇ ਰਹੇ ਹੈ, ਵਿੱਚ ਵਿੱਚ ਤਾਂ ਉੱਠਦੇ ਵੀ ਰਹੇ। ਉਹ ਗਊ ਮਾਤਾ ਵੀ ਆਈ ਹੈ ਤੇ ਮੇਰੀ ਹਾਜ਼ਰੀ ਲੱਗ ਜਾਏ, ਮੋਰੋਂ ਲੰਘ ਕੇ ਗਈ ਹੈ। ਆਮ ਜੋਤਸ਼ੀ ਕਹਿੰਦੇ ਨੇ ਗਊ ਸੱਜੇ ਪਾਸਿਓਂ ਲੰਘ ਜਾਏ ਤੇ ਸ਼ਗਨ ਚੰਗਾ ਹੁੰਦਾ। ਸੱਜੇ ਪਾਸਿਓਂ ਗਈ ਹੈ, ਸੱਜੇ ਪਾਸਿਓਂ, ਕਿਉਂ ਮਾਤਾ ਨਾ ਦੁੱਧ ਦਿੰਦੀ ਹੈ। ਪਰ ਅਸੀਂ ਤਾਂ ਕਰਦੇ ਹਾਂ, ਉਹ ਲੋਕ ਤਾਂ ਬਸ ਖਾਈ ਪੀ ਜਾਂਦੇ ਆ, ਰਾਖਸ਼ ਬਿਰਤੀ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਮਹਾਨ ਪਵਿੱਤਰ ਆਤਮਾ, ਪਰਮ ਪੂਜ ਨਿਰਮਲ ਪੰਚਾਇਤੀ ਅਖਾੜੇ ਦੇ ਮੁਖੀ ਸ਼੍ਰੀਮੰਤ ਪੰਡਿਤ ਗਿਆਨਦੇਵ ਸਿੰਘ ਜੀ ਮਹਾਰਾਜ, ਉਹ ਵੀ ਤਸ਼ਰੀਫ ਲਿਆਏ। ਅਤੇ ਸੰਤ ਮੰਡਲੀ ਕਿੰਨੇ ਸਮੇਂ ਤੋਂ ਤੁਹਾਡੇ ਨਗਰ 'ਚ ਚਰਨ ਪਾ ਰਹੇ, ਕਥਾ ਕੀਰਤਨ ਲੰਗਰਾਂ ਦੀ ਸੇਵਾ ਤੁਸੀਂ ਵੀ ਭੁਗਤਾਉਂਦੇ ਰਹੇ, ਹੋਰ ਵੀ ਸੰਗਤ ਵੀ ਕਰਦੇ ਰਹੇ। ਸਮੁੱਚੀ ਸੰਗਤ ਦਾ, ਮਹਾਂਪੁਰਸ਼ਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਵੱਡੀ ਛੋਟੀ ਜਿਹੜੀ ਵੀ ਕੋਈ ਸੇਵਾ ਕਰਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਰਿੰਦਰ ਸਿੰਘ ਤੁਹਾਡੇ ਨਗਰ ਦੇ, ਤੁਹਾਡੇ ਜਾਣੇ ਪਛਾਣੇ ਹੀ ਆ। ਇਹਨਾਂ ਨੇ ਉਦਮ ਰੱਖਿਆ। ਅਤੇ ਕਈ ਵਾਰੀ ਤਾਂ ਹੁੰਦਾ ਹੈ ਕੋਈ ਮਹਾਂਪੁਰਖਾਂ ਦੇ ਡੇਰੇ ਮਹਾਰਾਜ ਚਲੇ ਗਏ। ਉਹ ਸੰਤ ਵੈਸੇ ਬਹੁਤ ਚੰਗਾ ਸੀ, ਬਹੁਤ ਭਜਨ ਕਰਦੇ। ਉਹ ਦੂਏ ਸੰਤ ਵੀ ਬੜੇ ਮਹਾਂਪੁਰਖ ਸੀਗੇ, ਬੜੇ ਪਰਉਪਕਾਰੀ ਆ।
ਉਹਨੇ ਫੋਨ ਕੀਤਾ ਮੇਰੇ ਬਾਰੇ ਪੇ ਉਹ ਆਇਆ, ਉਹ ਆਪਣੇ ਭਜਨ 'ਚ ਸੀ ਤੇ ਮੇਰੇ ਪਾਸ ਟਾਈਮ ਤਾਂ ਉਹਨਾਂ ਕੀ ਹੁੰਦਾ, ਮੈਂ ਆ ਗਿਆ। ਉਹ ਬਾਅਦ ਵਿੱਚ ਕਹਿੰਦੇ ਵੀ ਮੈਂ ਤਾਂ ਅੰਦਰੋਂ ਆਇਆ ਨਾ, ਤੁਹਾਡਾ ਫੋਨ ਵੀ ਆਇਆ ਸੀ ਅਤੇ ਬਥੇਰਾ ਮੈਂ ਰਾਮ ਰਾਮ ਕੀਤਾ, ਮੇਰੀ ਬਿਰਤੀ ਨਹੀਂ ਟਿਕੀ। ਉਹ ਕਹਿੰਦੇ ਵੀ ਬਿਰਤੀ ਤਾਂ ਟਿਕ ਜਾਣੀ ਸੀ ਜੇ ਤੁਸੀਂ ਆ ਜਾਂਦੇ। ਅਤੇ ਘਰ ਕੋਈ ਵੀ ਆਵੇ ਤਾਂ ਵੈਸੇ ਤਾਂ ਹਰੇਕ ਦਾ ਹੀ ਚਾਹੀਦਾ, ਅਤੇ ਗੁਰੂ ਦਾ ਪਿਆਰਾ ਆਵੇ ਫਿਰ ਤਾਂ ਵੈਸੇ ਹੀ ਫਰਜ਼ ਬਣ ਜਾਂਦਾ। ਉਹ ਕਹਿੰਦੇ ਹੁਣ ਕਦੋਂ ਆਉਣਗੇ? ਕਹਿੰਦੇ ਵੀ ਇਹ ਤਾਂ ਪਰਮੇਸ਼ਰ ਦੇ ਹੱਥੇ ਹੁੰਦਾ। ਇਸ ਤਰ੍ਹਾਂ ਸੰਤ ਲੋਕ ਰੋਜ਼ ਨਹੀਂ ਆਉਂਦੇ ਹੁੰਦੇ, ਹਰ ਜਗ੍ਹਾ ਹਰ ਪਿੰਡ 'ਚ ਨਹੀਂ ਹੁੰਦੇ। ਬਨ ਬਨ ਮੈਂ ਚੰਦਨ ਨਹੀਂ ਔਰ ਗਜ ਗਜ ਮੋਤੀ ਨਹੀਂ, ਗਿਰ ਗਿਰ ਮਾਨਕ ਨਹੀਂ, ਸੰਤ ਨਾ ਪੁਰ ਪੁਰ ਮਾਨ। ਸੰਤ ਵੀ ਹਰ ਨਗਰ ਥੋੜ੍ਹੇ ਹੁੰਦਾ। ਜਿੱਥੇ ਸਾਧੂ ਰਹਿੰਦਾ ਹੋਊ ਨਾ ਉੱਥੇ ਲੋਕਾਂ ਨੂੰ ਕੋਈ ਗਿਆਨ ਹੋਊ, ਜਿੱਥੇ ਨਹੀਂ ਉੱਥੇ ਤਾਂ ਇਹੋ ਜਿਹੇ ਕੁੱਤੇ ਮਗਰ ਲਾ ਦੇਣਗੇ, ਟੀਚਰਾਂ ਕਰਨਗੇ, ਬਹੁਤ ਕੁਝ ਕਰਦੇ ਆ। ਪਰ ਮਹਾਰਾਜ ਦੀ ਕਿਰਪਾ, ਗੁਰੂ ਅਰਜਨ ਸਾਹਿਬ ਬੈਠੇ ਆ ਤਰਨ ਤਾਰਨ, ਕਿੱਡੀ ਕਿਰਪਾ ਕਰ ਗਏ। ਅੰਮ੍ਰਿਤਸਰ ਗੁਰੂ ਰਾਮਦਾਸ ਬਖਸ਼ਾਂ ਵੰਡ ਗਏ, ਇਹ ਮਹਾਰਾਜ ਦੀ ਮਿਹਰ ਦਾ ਫਲ ਆ। ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੰਤ ਨਰਿੰਦਰ ਸਿੰਘ ਜੀ, ਉਹਨਾਂ ਦਾ ਉਦਮ ਜਿਹੜਾ ਮਹਾਰਾਜ ਨੇ ਸਫਲ ਸਕਾਰਥਾ ਕੀਤਾ, ਕਿਉਂਕਿ ਉਦਮ ਕੀਤਾ ਤਾਂ ਹੀ ਸਫਲ ਆ ਨਾ, ਜਿਹੜੇ ਕਿ ਕੰਮ ਲਈ ਕਰਦੇ ਉਹ ਪੂਰਾ ਹੋ ਜਾਏ। ਸੋ ਇਸ ਕਰਕੇ ਸ਼੍ਰੀ ਮੰਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ, ਸੰਤ ਮੰਡਲੀ ਦਾ, ਸਾਰੀ ਸੰਗਤ ਦਾ, ਸਾਰੇ ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।